डियर स्टूडेंट्स, ਆਪਾਂ ਪੜ੍ਹ ਰਹੇ ਹਾਂ ਚੈप्टर नंबर 5 ਕਲਾਸ 10th ਪੀਰੀਓਡਿਕ ਕਲਾਸੀਫਿਕੇਸ਼ਨ ਆਫ ਐਲੀਮੈਂਟਸ। ਸੋ ਇੱਕ ਵਾਰ ਜਸਟ ਓਵਰਵਿਊ ਕਰ ਲੈਂਦੇ ਹਾਂ ਆਪਾਂ ਜੋ ਹੁਣ ਤੱਕ ਪੜ੍ਹਿਆ ਹੈ। ਆਪਾਂ ਹੁਣ ਤੱਕ ਪੜ੍ਹ ਚੁੱਕੇ ਹਾਂ ਕਿ ਐਲੀਮੈਂਟਸ ਕੀ ਹੁੰਦੀਆਂ, ਕੰਪਾਊਂਡਸ ਕੀ ਹੁੰਦੇ ਹਨ, ਪੀਰੀਓਡਿਕ ਕਲਾਸੀਫਿਕੇਸ਼ਨ ਆਫ ਐਲੀਮੈਂਟਸ ਕੀ ਹੁੰਦਾ ਹੈ। ਸੋ ਇਹ ਚੀਜ਼ਾਂ ਆਪਾਂ ਜਿਹੜੀਆਂ ਹੁਣ ਤੱਕ ਪੜ੍ਹ ਚੁੱਕੇ ਹਾਂ। ਪਲੱਸ ਆਪਾਂ ਦੋ ਮॉडल्स ਜਿਹੜੇ ਹੈ ਪੜ੍ਹੇ ਹੈ, ਡੋਮੀਨੇਟਰਾਇਡਸ ਐਂਡ ਨਿਊਲੈਂਡਸ ਲਾਅ ਆਫ ਆਕਟੇਵਸ। ਸੋ ਇਹ ਦੋ ਚੀਜ਼ਾਂ ਆਪਾਂ ਪੜ੍ਹ ਚੁੱਕੇ ਹਾਂ। ਫਿਰ ਆਪਾਂ ਥਰਡ ਜਿਹੜਾ ਕੱਲ ਸਟਾਰਟ ਕੀਤਾ ਸੀ, ਲਾਸਟ ਵੀਡੀਓ ਜਿਹੜਾ ਤੁਸੀਂ ਦੇਖੋਗੇ ਉਹ ਹੈ ਮੈਂਡਲੀਵ ਨੇ ਜੋ ਹੈ ਵਰਕ ਕੀਤਾ, ਉਹਨਾਂ ਨੇ ਜਿਹੜੀ ਪੀਰੀਓਡਿਕ ਟੇਬਲ ਬਣਾਈ, ਆਪਾਂ ਉਸ ਬਾਰੇ ਜਿਹੜਾ ਹੈ ਆਪਣੀ ਸਟੱਡੀ ਸਟਾਰਟ ਕੀਤੀ। ਸੋ ਇਹ ਤੀਜਾ ਮਾਡਲ ਹੈ ਜਿਹੜਾ ਆਪਾਂ ਸਟੱਡੀ ਕਰ ਰਹੇ ਹਾਂ। ਸੋ ਮੈਂਡਲੀਵ ਦੀ ਜਿਹੜੀ ਪੀਰੀਓਡਿਕ ਟੇਬਲ ਸੀ, ਇਸ ਤੋਂ ਆਪਾਂ ਸਟਾਰਟ ਕਰਦੇ ਹਾਂ। ਮੈਂਡਲੀ ਪੀਰੀਓਡਿਕ ਟੇਬਲ ਬੇਸਿਕਲੀ ਪਹਿਲੇ ਦੋਨੋਂ ਹੀ ਮਾਡਲ ਜਿਹੜੇ ਡੋਬਨੀਅਰ ਜਾਂ ਨਿਊਲੈਂਡਸ ਦੇ ਮਾਡਲ ਸੀ, ਉਹਨਾਂ ਦੋਨਾਂ ਦੇ ਵਿੱਚ ਉਹਨਾਂ ਨੇ ਸਿਰਫ ਅਟੋਮਿਕ ਮਾਸ ਨੂੰ ਹੀ ਬੇਸ ਮੰਨਿਆ ਕਿ ਉਹਦੇ ਆਧਾਰ 'ਤੇ ਉਹਨਾਂ ਨੇ ਕਲਾਸੀਫਿਕੇਸ਼ਨ ਕਰਨੀ ਸਟਾਰਟ ਕੀਤੀ, ਰਾਈਟ। ਪਰ ਮੈਂਡਲੀਵ ਨੇ ਕਿਹਾ ਕਿ ਸਿਰਫ ਅਟੋਮਿਕ ਮਾਸ ਨਾਲ ਗੱਲ ਨਹੀਂ ਬਣੇਗੀ। ਅਟੋਮਿਕ ਮਾਸ ਦੇ ਨਾਲ ਸਾਨੂੰ ਜਿਹੜਾ ਹੈ ਦੇਖਣਾ ਪੈਣਾ ਹੈ ਕਿ ਉਸ ਐਲੀਮੈਂਟ ਦੀ ਖਾਸੀਅਤ ਕੀ ਹੈ, ਉਹਦੀਆਂ ਫਿਜ਼ੀਕਲ ਪ੍ਰੋਪਰਟੀਜ਼ ਕੀ ਹੈ ਅਤੇ ਉਹਦੀਆਂ ਕੈਮੀਕਲ ਪ੍ਰੋਪਰਟੀਜ਼ ਕੀ ਹੈ। ਫਿਜ਼ੀਕਲ ਪ੍ਰੋਪਰਟੀਜ਼ ਮਤਲਬ ਦੇਖਣ ਵਿੱਚ ਕਿਵੇਂ ਹੈ ਜਾਂ ਉਹਨੂੰ ਪਿਘਲਾ ਕੇ ਆਪਾਂ ਕੀ ਕਰ ਸਕਦੇ ਹਾਂ, ਇਹੋ ਜਿਹੀਆਂ ਪ੍ਰੋਪਰਟੀਜ਼। ਕੈਮੀਕਲ ਪ੍ਰੋਪਰਟੀਜ਼ ਮਤਲਬ ਰਿਐਕਟ ਕਰਕੇ ਕਿਸੇ ਹੋਰ ਚੀਜ਼ ਨਾਲ ਉਹ ਕੀ ਹੋਰ ਚੀਜ਼ ਬਣਾ ਸਕਦੀ ਹੈ, ਕਿਹੜੇ ਨਵੇਂ ਕੰਪਾਊਂਡਸ ਬਣਾ ਸਕਦੀ ਹੈ। ਓਕੇ, ਤਾਂ ਉਹਨਾਂ ਨੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਜਿਹੜਾ ਹੈ ਬੇਸ ਮੰਨਿਆ। ਫਰਸਟ ਵਾਜ਼ ਅਟੋਮਿਕ ਮਾਸਸ, ਸੈਕੰਡ ਵਾਜ਼ ਫਿਜ਼ੀਕਲ ਪ੍ਰੋਪਰਟੀਜ਼, ਥਰਡ ਵਾਜ਼ ਕੈਮੀਕਲ ਪ੍ਰੋਪਰਟੀਜ਼। ਓਕੇ, ਸੋ ਜੇ ਤੁਸੀਂ ਹੁਣ ਟੇਬਲ ਦੇਖ ਰਹੇ ਹੋ ਵੀਡੀਓ ਦੇ ਵਿੱਚ, ਤਾਂ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਉਹਨੇ ਜਿਹੜੇ ਮੈਂਡਲੀਵ ਸੀ ਉਹਨਾਂ ਨੇ ਆਕਸਾਈਡ ਜਿਹੜੇ ਹੈ ਦੇਖੇ ਕਿ ਕਿਹੜੀ ਮੈਟਲ ਮਿਲ ਕੇ R2O ਬਣਾਉਂਦੀ ਹੈ, RO ਬਣਾਉਂਦੀ ਹੈ, R2O3 ਬਣਾਉਂਦੀ ਹੈ, RO2, R2O5, RO3, R2O7 ਅਤੇ ਇਹਦੇ ਨਾਲ ਹਾਈਡਰਾਈਡ ਜਿਹੜੇ ਹੈ RH, RH2, RH3, RH4, ਰਾਈਟ। ਸੋ ਇਹ ਕੰਬੀਨੇਸ਼ਨ ਦੇ ਵਿੱਚ ਕਿਵੇਂ ਬਣਾਉਂਦੇ, ਮਤਲਬ ਕਿਹੜੀ ਇਹੋ ਜਿਹੀ ਐਲੀਮੈਂਟ ਹੈ ਜਿਹੜੀ ਕਿ ਹਾਈਡਰੋਜਨ ਨਾਲ ਮਿਲ ਕੇ RH ਬਣਾਏਗੀ ਅਤੇ ਆਕਸੀਜਨ ਨਾਲ ਮਿਲ ਕੇ R2O ਬਣਾਏਗੀ। ਸੋ ਇਹ ਉਹਨਾਂ ਨੇ ਪਹਿਲੇ ਗਰੁੱਪ ਦੇ ਵਿੱਚ ਜਿਹੜੇ ਹੈ ਸਾਰੇ ਰੱਖਤੇ। ਦੈਨ ਉਹਨਾਂ ਨੇ ਦੇਖਿਆ ਕਿ ਕਿਹੜੀ ਇਹੋ ਜਿਹੀ ਐਲੀਮੈਂਟਸ ਹੈ ਜਿਹੜੀਆਂ ਕਿ ਆਕਸੀਜਨ ਨਾਲ ਮਿਲ ਕੇ RO ਬਣਾਉਣਗੀਆਂ, ਇੱਥੇ R ਜਿਹੜਾ ਹੈ ਉਹ ਐਲੀਮੈਂਟ ਹੈ ਕੋਈ ਵੀ, ਅਤੇ ਹਾਈਡਰੋਜਨ ਨਾਲ ਮਿਲ ਕੇ RH2 ਬਣਾਉਣਗੀਆਂ। ਸੋ ਉਹ ਸਾਰੀਆਂ ਉਹਨਾਂ ਨੇ ਇੱਕੋ ਦੇ ਵਿੱਚ ਰੱਖਤੀਆਂ। ਸੋ ਇਸ ਤਰੀਕੇ ਨਾਲ ਉਹਨਾਂ ਨੇ ਆਪਣੀ ਪੀਰੀਓਡਿਕ ਟੇਬਲ ਜਿਹੜੀ ਹੈ ਬਣਾਉਣੀ ਸਟਾਰਟ ਕੀਤੀ। ਪਹਿਲੇ ਉਹਨਾਂ ਨੇ ਅਟੋਮਿਕ ਮਾਸ ਦੇ ਆਧਾਰ 'ਤੇ ਸਾਰੇ ਲਾਈਨ ਵਾਈਜ਼ ਰੱਖ ਲਏ ਵੱਧਦੇ ਕ੍ਰਮ ਵਿੱਚ, ਅਸੈਂਡਿੰਗ ਆਰਡਰ ਦੇ ਵਿੱਚ। ਜਿਹਦਾ ਅਟੋਮਿਕ ਮਾਸ ਘੱਟ ਹੈ ਸਭ ਤੋਂ ਪਹਿਲੇ, ਜਿਹਦਾ ਉਸ ਤੋਂ ਵੱਧ ਹੈ ਅਤੇ ਉਸ ਤੋਂ ਵੱਧ ਹੈ, ਅਸੈਂਡਿੰਗ ਆਰਡਰ ਦੇ ਵਿੱਚ ਉਹ ਰੱਖਦੇ ਗਏ। ਫਿਰ ਉਹਨਾਂ ਨੇ ਉਹਨਾਂ ਦੀਆਂ ਪ੍ਰੋਪਰਟੀਜ਼ ਲਿਖੀਆਂ, ਜਿਹੜੀਆਂ ਪ੍ਰੋਪਰਟੀ ਸੀ ਫਿਰ ਉਹਨਾਂ ਨੇ ਪ੍ਰੋਪਰਟੀਜ਼ ਦੇ ਆਧਾਰ 'ਤੇ ਇੱਕ ਦੂਜੇ ਦੇ ਥੱਲੇ ਰੱਖਣੇ, ਗਰੁੱਪ ਬਣਾਉਣੇ ਸਟਾਰਟ ਕਰਤੇ। ਹੁਣ ਇਹਦੇ ਨਾਲ ਕੀ ਹੋਇਆ ਕਿ ਕਈ ਇਹੋ ਜਿਹੀਆਂ ਐਲੀਮੈਂਟ ਸੀ ਜਿਹੜੀਆਂ ਕਿ ਉਹਨਾਂ ਦਾ ਅਟੋਮਿਕ ਮਾਸ ਤਾਂ ਵੱਧ ਸੀ, ਪਰ ਉਹਨਾਂ ਦੀਆਂ ਪ੍ਰੋਪਰਟੀਜ਼ ਇੱਕ ਇਹੋ ਜਿਹੇ ਐਲੀਮੈਂਟਸ ਨਾਲ ਮਿਲਦੀਆਂ ਸੀ ਜਿਹੜੀਆਂ ਕਿ ਥੋੜ੍ਹੀ ਪਹਿਲੇ ਆ ਚੁੱਕੀ ਸੀ। ਤਾਂ ਇਹਦੇ ਨਾਲ ਅਟੋਮਿਕ ਮਾਸ ਦਾ ਜਿਹੜਾ ਅਸੈਂਡਿੰਗ ਆਰਡਰ ਸੀ ਉਹ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਡਿਸਟਰਬ ਹੋ ਗਿਆ ਕਿ ਕੋਈ ਛੋਟੇ ਅਟੋਮਿਕ ਮਾਸ ਵਾਲੀ ਜਿਹੜੀ ਐਲੀਮੈਂਟ ਹੈ ਉਹ ਬਾਅਦ 'ਚੋਂ ਆ ਰਹੀ ਹੈ ਅਤੇ ਵੱਡੇ ਅਟੋਮਿਕ ਮਾਸ ਵਾਲੀ ਐਲੀਮੈਂਟ ਪਹਿਲੇ ਆ ਰਹੀ ਹੈ, ਰਾਈਟ। ਪਰ ਇਹ ਬਹੁਤ ਮਾਈਨਰ ਸੀ, ਬਟ ਦਿਸ ਵਾਜ਼ ਅ ਫੈਕਟ। ਅਤੇ ਇਹਦੇ ਨਾਲ ਜਿਹੜਾ ਹੈ ਅਗਲੀ ਜਿਹੜੀ ਚੀਜ਼ ਹੋਈ, ਉਹਨਾਂ ਨੇ ਜੋ ਮੇਨ ਅਚੀਵਮੈਂਟ ਸੀ ਇਹਨਾਂ ਦੀਆਂ, ਸੋ ਇੱਕ ਅਚੀਵਮੈਂਟ ਸੀ ਕਿ ਉਹਨਾਂ ਨੇ ਕੈਮੀਕਲ ਪ੍ਰੋਪਰਟੀਜ਼ ਅਤੇ ਫਿਜ਼ੀਕਲ ਪ੍ਰੋਪਰਟੀਜ਼ ਨੂੰ ਜਿਹੜਾ ਹੈ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਗਰੁੱਪਿੰਗ ਕਰਤੀ ਐਲੀਮੈਂਟਸ ਦੀ। ਪਲੱਸ ਉਹਨਾਂ ਨੇ ਇੱਕ ਭਵਿੱਖ ਨੂੰ ਧਿਆਨ ਵਿੱਚ ਰੱਖਿਆ ਕਿ ਭਵਿੱਖ ਦੇ ਵਿੱਚ ਜਿਹੜਾ ਹੈ ਫਿਊਚਰ ਦੇ ਵਿੱਚ ਹੋਰ ਵੀ ਐਲੀਮੈਂਟਸ ਮਿਲ ਸਕਦੀਆਂ ਹੈ, ਜਿਵੇਂ ਕਿ ਆਪਾਂ ਕੱਲ੍ਹ ਐਗਜ਼ਾਮਪਲ ਲਿਆ ਸੀ ਸਕੈਂਡੀਅਮ, ਗੈਲੀਅਮ, ਇਹ ਦੋ, ਪਲੱਸ ਜਰਮੇਨੀਅਮ, ਰਾਈਟ, ਪਲੱਸ ਐਲੂਮੀਨੀਅਮ। ਇਹ ਕੁਝ ਐਲੀਮੈਂਟਸ ਹੈ ਜਿਹੜੀਆਂ ਕਿ ਬਾਅਦ 'ਚੋਂ ਮਿਲੀਆਂ, ਉਸ ਵੇਲੇ ਉਹਨਾਂ ਨੂੰ ਨਹੀਂ ਪਤਾ ਸੀ। ਉਸ ਵੇਲੇ ਉਹਨਾਂ ਨੂੰ 63 ਐਲੀਮੈਂਟਸ ਪਤਾ ਸੀ, 63 ਐਲੀਮੈਂਟ, ਉਹ ਉਹਨਾਂ ਨੇ ਜਿਹੜੀਆਂ ਹੈ ਪੀਰੀਓਡਿਕ ਟੇਬਲ ਦੇ ਵਿੱਚ ਪਾਤੀਆਂ। ਪਲੱਸ ਜਿਹੜੀਆਂ ਨਹੀਂ ਲੱਭੀਆਂ ਗਈਆਂ ਸੀ, ਜਿਨ੍ਹਾਂ ਬਾਰੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਐਗਜ਼ਿਸਟ ਵੀ ਕਰਦੀਆਂ ਨੇਚਰ ਦੇ ਵਿੱਚ, ਉਹਨਾਂ ਲਈ ਉਹਨਾਂ ਨੇ ਖਾਲੀ ਥਾਂ ਛੱਡਤੀ। ਮਤਲਬ ਇਸ ਜਗ੍ਹਾ 'ਤੇ ਉਹਨਾਂ ਨੇ ਸਿਰਫ ਇੱਕ ਖਾਲੀ ਥਾਂ ਛੱਡਤੀ ਕਿ ਇੱਥੇ ਕੋਈ ਨਾ ਕੋਈ ਐਲੀਮੈਂਟ ਫਿਊਚਰ ਦੇ ਵਿੱਚ ਆਏਗਾ, ਰਾਈਟ। ਹੁਣ ਇਹ ਉਹਨਾਂ ਦੀ ਸਭ ਤੋਂ ਵੱਡੀ ਅਚੀਵਮੈਂਟ ਸੀ ਕਿ ਉਹਨਾਂ ਨੇ ਫਿਊਚਰ ਪ੍ਰੋਡਿਕਟ ਕੀਤਾ। ਓਕੇ, ਹੁਣ ਆਪਾਂ ਇਸ ਤੋਂ ਅੱਗੇ ਮੂਵ ਕਰਦੇ ਹਾਂ। ਸੋ ਅਚੀਵਮੈਂਟ ਬਾਰੇ ਆਪਾਂ ਜਿਹੜਾ ਹੈ ਹੁਣੇ ਡਿਸਕਸ ਕੀਤਾ ਪੂਰਾ ਡਿਟੇਲ ਦੇ ਵਿੱਚ। ਨੈਕਸਟ ਆ ਜਾਂਦੇ ਹਾਂ। ਹੁਣ ਅਚੀਵਮੈਂਟ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਨੇ ਅਗਲੀ ਟੇਬਲ ਦੇ ਵਿੱਚ ਦਿੱਤਾ ਹੈ ਐਲੂਮੀਨੀਅਮ ਅਤੇ ਗੈਲੀਅਮ। ਇਹ ਦੋਨੋਂ ਹੀ ਜਿਹੜੇ ਹੈ ਬਾਅਦ 'ਚੋਂ ਮਿਲੇ, ਪਰ ਇਹ ਦੋਨੋਂ ਹੀ ਸੇਮ ਗਰੁੱਪ ਦੇ ਵਿੱਚ ਰੱਖੇ ਗਏ। ਇੱਕ ਵਾਰ ਫਿਰ ਆਪਾਂ ਉਹਨਾਂ ਦੀ ਟੇਬਲ ਵਾਪਸ ਦੇਖਦੇ ਹਾਂ। ਕੈਨ ਯੂ ਫਿਗਰ ਆਊਟ ਐਲੂਮੀਨੀਅਮ, ਕੀ ਤੁਹਾਨੂੰ ਐਲੂਮੀਨੀਅਮ ਦਿਖ ਰਿਹਾ ਹੈ, ਅਤੇ ਕੈਨ ਯੂ ਫਿਗਰ ਆਊਟ ਗੈਲੀਅਮ, ਕੀ ਤੁਹਾਨੂੰ ਗੈਲੀਅਮ ਦਿਖ ਰਿਹਾ ਹੈ। ਸੋ ਇਹ ਦੋਨੋਂ ਹੀ ਤੁਸੀਂ ਦੇਖੋਗੇ ਤਾਂ ਇਹ ਹੈ ਐਲੂਮੀਨੀਅਮ ਅਤੇ ਗੈਲੀਅਮ ਸੇਮ ਗਰੁੱਪ ਦੇ ਵਿੱਚ, ਵਰਟੀਕਲੀ ਸੇਮ ਗਰੁੱਪ ਦੇ ਵਿੱਚ ਹੈ। ਇਹ ਮਤਲਬ ਇਹਨਾਂ ਦੋਨਾਂ ਦੀ ਖਾਸੀਅਤ ਇੱਕੋ ਜਿਹੀ ਹੋਣੀ ਚਾਹੀਦੀ ਹੈ। ਪਰ ਜਦੋਂ ਮੈਂਡਲੀਵ ਨੇ ਪੀਰੀਓਡਿਕ ਟੇਬਲ ਬਣਾਈ, ਉਸ ਵੇਲੇ ਤੱਕ ਇਹ ਦੋਨੋਂ ਹੀ ਐਲੀਮੈਂਟ ਨਹੀਂ ਲੱਭੇ ਗਏ ਸੀ, ਤਾਂ ਉਹਨਾਂ ਨੂੰ ਨਹੀਂ ਪਤਾ ਸੀ ਕਿ ਇੱਥੇ ਕੀ ਆਏਗਾ। ਉਹਨਾਂ ਨੇ ਇਹਨਾਂ ਦੀ ਥਾਂ 'ਤੇ Al ਦੀ ਥਾਂ 'ਤੇ ਲਿਖਿਆ EKA, ਮਤਲਬ ਇੱਕ,
ਗੈਲੀਅਮ ਦੀ ਥਾਂ 'ਤੇ ਵੀ ਉਹਨਾਂ ਨੇ ਲਿਖਤਾ EKA, ਮਤਲਬ ਕਿ ਇੱਕ ਸੰਸਕ੍ਰਿਤ ਵਰਡ ਹੈ ਵੀ ਇੱਥੇ ਇੱਕ ਐਲੀਮੈਂਟ, ਕੋਈ ਨਾ ਕੋਈ ਇੱਕ ਐਲੀਮੈਂਟ ਫਿਊਚਰ ਦੇ ਵਿੱਚ ਲੱਭ ਕੇ ਇੱਥੇ ਲਗਾ ਦੇਣਾ, ਇਸ ਜਗ੍ਹਾ 'ਤੇ ਲਗਾ ਦੇਣਾ। ਫਿਊਚਰ ਕੈਮਿਸਟ ਨੂੰ ਉਹਨਾਂ ਨੇ ਮੈਸੇਜ ਦੇ ਦਿੱਤਾ। ਓਕੇ, ਫਿਰ ਉਹਨਾਂ ਨੇ ਆਪਾਂ ਦੇਖੀਏ ਤਾਂ ਅਗਲੇ ਇਹਦੇ ਵਿੱਚ ਜਦੋਂ ਐਲੂਮੀਨੀਅਮ ਤੇ ਗੈਲੀਅਮ ਲੱਭੇ ਗਏ ਤੇ ਜਦੋਂ ਕੈਮਿਸਟ ਨੇ, ਸਾਇੰਟਿਸਟ ਨੇ ਫਰਦਰ ਇਹਨਾਂ ਦੇ ਐਕਸਪੈਰੀਮੈਂਟ ਸਟਾਰਟ ਕੀਤੇ ਕਿ ਕੀ ਇਹਨਾਂ ਨੂੰ ਸੇਮ ਗਰੁੱਪ ਵਿੱਚ ਰੱਖ ਤਾਂ ਦਿੱਤਾ ਜਿਵੇਂ ਮੈਂਡਲੀਵ ਨੇ ਕਿਹਾ ਸੀ, ਪਰ ਕੀ ਇਹਨਾਂ ਦੀ ਖਾਸੀਅਤ ਆਪਸ ਵਿੱਚ ਮਿਲਦੀ ਹੈ। ਤਾਂ ਉਹਨਾਂ ਨੇ ਕੀ ਕੀਤਾ, ਇਹਨੂੰ ਆਕਸੀਜਨ ਨਾਲ ਰਿਐਕਟ ਕਰਾ ਕੇ ਦੇਖਿਆ। ਜਦੋਂ ਆਕਸੀਜਨ ਨਾਲ ਰਿਐਕਟ ਕਰਾਇਆ ਤਾਂ ਉਹਨਾਂ ਨੇ ਪਾਇਆ ਕਿ ਐਲੂਮੀਨੀਅਮ ਜਿਹੜਾ ਹੈ Al2O3 ਬਣਿਆ, ਰਾਈਟ। ਜਿਵੇਂ ਤੁਸੀਂ E2O3 ਦੇਖ ਰਹੇ ਹੋ, E ਦਾ ਮਤਲਬ ਇੱਥੇ ਐਲੂਮੀਨੀਅਮ ਹੈ, Al ਜਿਹੜਾ ਉਸ ਵੇਲੇ ਨਹੀਂ ਲੱਭਿਆ ਗਿਆ ਸੀ, ਇਸ ਕਰਕੇ E ਨਾਲ ਡਿਨੋਟ ਕੀਤਾ ਇਹਨੂੰ, ਬਟ ਇਹ ਹੈ Al2O3। ਇਵੇਂ ਹੀ ਗੈਲੀਅਮ ਦਾ ਵੀ Ga2O3 ਬਣਿਆ। ਸੋ ਦੋਨੋਂ ਹੀ ਸੇਮ ਹੈ, Al2O3 Ga2O3, ਰਾਈਟ। ਸੈਕਿੰਡ ਤੁਸੀਂ ਦੇਖੋਗੇ ਤਾਂ ਕਲੋਰੀਨ ਨਾਲ ਰਿਐਕਸ਼ਨ ਕਰਕੇ ਕੀ ਬਣਿਆ, ECl3 GaCl3। ECl3 ਮਤਲਬ AlCO3, E ਨੂੰ Al ਨਾਲ ਰਿਪਲੇਸ ਕਰਤਾ ਬਾਅਦ ਚੋਂ, ਐਲੂਮੀਨੀਅਮ ਕਲੋਰਾਈਡ AlCl3 ਤੇ ਦੂਜਾ ਬਣਿਆ GaCl3, ਤਾਂ ਦੋਨੋਂ ਹੀ ਇੱਕੋ ਤਰ੍ਹਾਂ ਦੇ। ਸੋ ਤੁਸੀਂ ਇੱਥੇ ਇੱਕ ਬਹੁਤ ਹੀ ਅਮੇਜ਼ਿੰਗ ਚੀਜ਼ ਦੇ ਸਕਦੇ ਹੋ, ਜਿਹੜਾ ਕਿ ਮੈਂਡਲੀਵ ਨੇ ਬਹੁਤ ਪਹਿਲੇ ਪ੍ਰੈਡਿਕਟ ਕਰ ਲਿਆ ਕਿ ਇਹੋ ਜਿਹੀ ਚੀਜ਼ ਫਿਊਚਰ ਵਿੱਚ ਹੋਏਗੀ, ਇੱਥੇ ਇਹੋ ਜਿਹੀ ਐਲੀਮੈਂਟ ਆਏ ਸੀ। ਸੋ ਤੁਸੀਂ ਇਮੈਜਿਨ ਕਰਕੇ ਦੇਖੋ ਕਿ ਕਿੰਨੇ ਉਹ ਦੂਰਦਰਸ਼ੀ ਸੀ, ਕਿੰਨਾ ਉਹਨਾਂ ਨੂੰ ਫਿਊਚਰ ਦਾ ਪਤਾ ਲੱਗਦਾ ਸੀ, ਰਾਈਟ। ਓਕੇ, ਦੈਨ ਲੈਟਸ ਮੂਵ ਟੂ ਨੈਕਸਟ, ਲਿਮਿਟੇਸ਼ਨ ਆਫ ਮੈਂਡਲੀਵ ਕਲਾਸੀਫਿਕੇਸ਼ਨ। ਦੋ ਮੇਜਰ ਲਿਮਿਟੇਸ਼ਨ ਰਹੀਆਂ ਮੈਂਡਲੀਵ ਕਲਾਸੀਫਿਕੇਸ਼ਨ ਦੀਆਂ। ਇਹਨਾਂ ਨੂੰ ਆਪਾਂ ਡੀਟੇਲ ਜਿਹੜਾ ਹੈ ਹੋਰ ਅੱਗੇ ਆਉਣ ਵਾਲੇ ਸ਼ਾਇਦ ਇਸੇ ਲੈਸਨ ਦੇ ਵਿੱਚ ਜਾਂ ਫਿਊਚਰ ਦੇ ਹੋਰ ਚੈਪਟਰ ਦੇ ਵਿੱਚ ਵੀ ਡੀਟੇਲ ਕਰਾਂਗੇ ਆਪਾਂ। ਬਟ ਪਹਿਲੀ ਲਿਮਿਟੇਸ਼ਨ ਇਹ ਸੀ ਕਿ ਹਾਈਡਰੋਜਨ ਦੀ ਪਲੇਸਮੈਂਟ, ਹਾਈਡਰੋਜਨ ਨੂੰ ਕਿੱਥੇ ਰੱਖਿਆ ਜਾਵੇ। ਮੈਂਡਲੀਵ ਜਿਹੜੇ ਸੀ ਉਹਨਾਂ ਨੂੰ ਇਸ ਚੀਜ਼ ਬਾਰੇ ਸ਼ੋਰਿਟੀ ਨਹੀਂ ਸੀ। ਕਿਉਂਕਿ ਹਾਈਡਰੋਜਨ ਦੀ ਕੈਮੀਕਲ ਪ੍ਰੋਪਰਟੀਜ਼ ਜਿਹੜੀਆਂ ਹੈ ਉਹ ਕਿਸੇ ਹੋਰ ਐਲੀਮੈਂਟ ਨਾਲ ਮਿਲ ਰਹੀਆਂ ਸੀ, ਹੋਰ ਗਰੁੱਪ ਦੇ ਐਲੀਮੈਂਟਸ ਨਾਲ, ਪਰ ਉਹਨਾਂ ਦੀਆਂ ਜਿਹੜੀਆਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈ, ਐਟੋਮਿਕ ਨੰਬਰ, ਉਹ ਉਸ ਦੇ ਆਧਾਰ 'ਤੇ ਕਿਸੇ ਹੋਰ ਗਰੁੱਪ ਨਾਲ ਉਹਦੀ ਜਿਹੜੀ ਉਹ ਮੈਚ ਕਰ ਰਹੇ ਸੀ। ਤਾਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੇ ਆਧਾਰ 'ਤੇ ਅਲੱਗ ਗਰੁੱਪ ਵਿੱਚ ਜਾਣੇ ਚਾਹੀਦੇ ਸੀ, ਪਰ ਕੈਮੀਕਲ ਪ੍ਰੋਪਰਟੀਜ਼ ਦੇ ਆਧਾਰ 'ਤੇ ਅਲੱਗ ਗਰੁੱਪ ਦੇ ਵਿੱਚ ਜਾਣੇ ਚਾਹੀਦੇ ਸੀ। ਸੋ ਕਨਫਿਊਜ਼ ਸੀ ਉਹ ਕਿ ਇਹਨਾਂ ਨੂੰ ਕਿਹੜੇ ਗਰੁੱਪ ਦੇ ਵਿੱਚ ਰੱਖਿਆ ਜਾਵੇ। ਤਾਂ ਉਹਨਾਂ ਨੇ ਕੋਸ਼ਿਸ਼ ਪੂਰੀ ਕੀਤੀ ਪਰ ਇਸ ਨੂੰ ਪ੍ਰੋਪਰ ਰੱਖ ਨਹੀਂ ਪਏ। ਸੋ ਇਹ ਪਹਿਲੀ ਲਿਮਿਟੇਸ਼ਨ ਸੀ। ਅਤੇ ਇਹਦੇ ਵਿੱਚ ਕੁਝ ਵਰਡਸ ਆਏ ਹੈ ਇਸ ਪੈਰਾਗ੍ਰਾਫ ਦੇ ਵਿੱਚ, ਜੇ ਤੁਸੀਂ ਇਹਨੂੰ ਧਿਆਨ ਨਾਲ ਪੜ੍ਹੋਗੇ, ਹੈਲੋਜਨਸ, ਐਲਕਲੀ ਮੈਟਲਸ, ਰਾਈਟ। ਸੋ ਇਹ ਕੁਝ ਵਰਡਸ ਆਏ ਹੈ, ਜਿਵੇਂ ਕਿ ਮੈਂ ਇਸਨੂੰ ਬਾਕਸ ਵਿੱਚ ਵੀ ਕਰ ਦਿੰਦਾ, ਹੈਲੋਜਨਸ, ਰਾਈਟ। ਦੈਨ ਇੱਕ ਤੁਸੀਂ ਵਰਡ ਜੇ ਦੇਖੋਗੇ ਐਲਕਲੀ ਮੈਟਲਸ। ਹੁਣ ਇਹ ਕੀ ਹੁੰਦਾ ਹੈ, ਇਹ ਆਪਾਂ ਫਰਦਰ ਥੋੜ੍ਹਾ ਜਿਹਾ ਪੜ੍ਹਾਂਗੇ, ਅਤੇ ਪਲੱਸ ਇਸ ਨੂੰ ਫਿਰ ਇੱਕ ਵਾਰ ਦੁਬਾਰਾ ਜਿਹੜਾ ਹੈ ਇਸ ਟੇਬਲ 'ਤੇ ਜਿਹੜਾ ਹੈ ਵਾਪਸ ਨੈਕਸਟ ਲੈਕਚਰ ਦੇ ਵਿੱਚ ਜਾਂ ਫਿਊਚਰ ਲੈਕਚਰਸ ਦੇ ਵਿੱਚ ਆਵਾਂਗੇ। ਓਕੇ, ਸੋ ਪਹਿਲੀ ਲਿਮਿਟੇਸ਼ਨ ਇੰਨਾ ਯਾਦ ਰੱਖੋ ਕਿ ਹਾਈਡਰੋਜਨ ਨੂੰ ਕਿੱਥੇ ਰੱਖਿਆ ਜਾਵੇ, ਹੀ ਵਾਜ਼ ਨਾਟ ਸ਼ੋਰ ਅਬਾਊਟ ਦੈਟ। ਨੈਕਸਟ ਪੇਜ 'ਤੇ ਮੂਵ ਕਰਦੇ ਹਾਂ ਆਪਾਂ। ਜਿਹੜਾ ਨੈਕਸਟ ਪੇਜ ਹੈ ਆਈਸੋਟੋਪਸ। ਹੁਣ ਉਹਨਾਂ ਦੀ ਦੂਜੀ ਲਿਮਿਟੇਸ਼ਨ ਸੀ ਕਿ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਆਈਸੋਟੋਪਸ ਵੀ ਕੋਈ ਚੀਜ਼ ਹੁੰਦੀ ਹੈ, ਫਿਊਚਰ ਦੇ ਵਿੱਚ ਕੋਈ ਆਈਸੋਟੋਪਸ ਵੀ ਲੱਭੇ ਜਾਣਗੇ। ਹੁਣ ਆਈਸੋਟੋਪ ਕੀ ਹੁੰਦਾ? ਆਈਸੋਟੋਪ 'ਤੇ ਆਪਾਂ ਇੱਕ ਪਹਿਲੇ ਤਾਂ ਤੁਹਾਡਾ ਜਨਰਲ ਐਗਜ਼ਾਮਪਲ ਲੈਂਦੇ ਹਾਂ। ਤੁਹਾਡੀ ਕਿਚਨ ਦੇ ਵਿੱਚ ਮੰਨ ਲਓ ਤੁਸੀਂ ਬ੍ਰੈਡ ਲਓ ਜਾਂ ਚਪਾਤੀ ਜਾਂ ਰੋਟੀ ਜਾਂ ਪਰੌਂਠੇ, ਕਿਸੇ ਵੀ ਚੀਜ਼ ਨੂੰ ਜਦੋਂ ਤੁਸੀਂ ਲਓਗੇ, ਬਣੀ ਕਿਸ ਚੀਜ਼ ਦੀ ਹੋਈ ਹੈ? ਉਹ ਬਣੀ ਤਾਂ ਆਟੇ ਦੀ ਹੋਈ ਹੈ। ਆਟਾ ਜਾਂ ਮੈਦਾ ਦੋਨੋਂ ਇੱਕੋ ਗੱਲ ਹੈ, ਦੋਨਾਂ ਦੇ ਵਿੱਚੋਂ ਇੱਕ ਚੀਜ਼ ਦੀ ਬਣੀ ਹੋਏਗੀ, ਪਰ ਦੋਨਾਂ ਦੇ ਆਕਾਰ ਕਿੰਨੇ ਡਿਫਰੈਂਟ ਹੈ। ਬ੍ਰੈਡ ਬਹੁਤ ਫੁਲਾਵਟੀ ਹੁੰਦੀ ਹੈ, ਉਹਦਾ ਵੱਡੇ ਪੀਸ ਦਾ ਭਾਰ ਵੀ ਜਿਹੜਾ ਹੈ ਘੱਟ ਹੋਏਗਾ। ਚਪਾਤੀ ਰੋਟੀ ਜਿਹੜੇ ਹੈ ਡੈਂਸ ਹੁੰਦੀਆਂ ਹੈ, ਉਹਨਾਂ ਦੇ ਛੋਟੇ ਪੀਸ ਦਾ ਭਾਰ ਵੀ ਜਿਹੜਾ ਹੈ ਵੱਧ ਹੋਏਗਾ। ਖਾਣ ਵਿੱਚ ਟੇਸਟ ਵੀ ਡਿਫਰੈਂਟ ਹੋਣਗੇ, ਪਰ ਦੋਨਾਂ ਦਾ ਹੀ ਬੇਸ ਮਟੀਰੀਅਲ ਉਹ ਤਾਂ ਇੱਕੋ ਹੀ ਹੈ, ਜਾਂ ਆਟਾ ਜਾਂ ਮੈਦਾ ਇੱਕੋ ਹੀ ਹੈ। ਇਸੇ ਤਰੀਕੇ ਨਾਲ ਹੀ ਆਈਸੋਟੋਪਸ ਹੁੰਦੇ ਹੈ। ਆਈਸੋਟੋਪਸ ਮਤਲਬ ਬੇਸ ਮਟੀਰੀਅਲ ਇੱਕੋ ਹੈ, ਪਰ ਉਹਦੀ ਥੋੜ੍ਹੀ ਜਿਹੜੀ ਹੈ ਕੁਆਲਿਟੀਜ਼ ਅਲੱਗ-ਅਲੱਗ ਹੋ ਜਾਂਦੀਆਂ। ਮਤਲਬ ਉਹਨਾਂ ਨੂੰ ਬਣਾਉਣ ਦਾ ਤਰੀਕਾ ਜਿਵੇਂ ਬ੍ਰੈਡ ਅਤੇ ਰੋਟੀ ਦਾ ਵੱਖਰਾ ਵੱਖਰਾ ਹੋ ਗਿਆ, ਇਵੇਂ ਹੀ ਆਈਸੋਟੋਪਸ ਦੇ ਜਿਹੜੀ ਮੇਨ ਸਟਰਕਚਰ ਹੈ ਉਹਦੇ ਵਿੱਚ ਜਿਹੜਾ ਹੈ ਕੁਝ ਮਾਈਨਰ ਡਿਫਰੈਂਸ ਕਰਕੇ ਉਹਦੀਆਂ ਪ੍ਰੋਪਰਟੀਜ਼ ਚੇਂਜ ਹੋ ਜਾਂਦੀਆਂ। ਹੁਣ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। ਜਿਵੇਂ ਆਪਾਂ ਐਗਜ਼ਾਮਪਲ ਲਿਆ ਸੀ ਪਹਿਲੇ, ਓਕੇ, ਇੱਥੇ ਆਪਾਂ ਕੁਛ ਲਿਖ ਕੇ ਜਿਹੜਾ ਹੈ ਇਸ ਨੂੰ ਆਪਾਂ ਐਗਜ਼ਾਮਪਲ ਲੈਂਦੇ ਹਾਂ। ਜਿਵੇਂ ਆਪਾਂ ਪਹਿਲੇ ਕੁਛ ਐਗਜ਼ਾਮਪਲ ਲਏ ਸੀ ਕਿ ਸੈਂਟਰ ਦੇ ਵਿੱਚ ਜਿਹੜਾ ਹੈ ਨਿਊਕਲੀਅਸ ਹੁੰਦਾ ਹੈ, ਉਹਦੇ ਵਿੱਚ ਕੀ ਹੁੰਦੇ ਆ, ਨਿਊਟਰੋਨਸ ਐਂਡ ਪ੍ਰੋਟੋਨਸ, ਦੋ ਚੀਜ਼ਾਂ ਹੁੰਦੀਆਂ। ਉਹਦੇ ਬਾਹਰ ਜਿਹੜੇ ਹੈ ਸ਼ੈਲਸ ਹੁੰਦੇ ਆ, ਜਿਹਦੇ ਵਿੱਚ ਇਲੈਕਟ੍ਰੋਨਸ ਜਿਹੜੇ ਹੈ ਉਹ ਰਿਵੋਲਵ ਕਰਦੇ ਆ। ਨੰਬਰ ਆਫ ਸ਼ੈਲਸ ਜਿਹੜੇ ਹੈ ਜ਼ਿਆਦਾ ਵੀ ਹੋ ਸਕਦੇ ਆ। ਓਕੇ, ਸੋ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ। ਅਤੇ ਜਿਹੜਾ ਮੇਨ ਭਾਰ ਹੁੰਦਾ ਐਟਮ ਦਾ, ਉਹ ਬਣਾਉਂਦੇ ਹੈ ਨਿਊਟਰੋਨ ਅਤੇ ਪ੍ਰੋਟੋਨ। ਉਹ ਕੀ ਚੀਜ਼ ਬਣਾਉਂਦੇ ਹੈ? ਨਿਊਟਰੋਨ ਅਤੇ ਪ੍ਰੋਟੋਨ। ਨਿਊਟਰੋਨ ਪਲੱਸ ਪ੍ਰੋਟੋਨ, ਇਹ ਦੋਨੋਂ ਮਿਲ ਕੇ ਕਿਸੇ ਵੀ ਐਟਮ ਦਾ ਭਾਰ ਡਿਸਾਈਡ ਕਰਦੇ ਆ, ਕਿਉਂਕਿ ਇਲੈਕਟ੍ਰੋਨ ਦਾ ਭਾਰ ਜਿਹੜਾ ਨਿਗਲੀਜੀਬਲ ਹੁੰਦਾ, ਨਾ ਦੇ ਬਰਾਬਰ ਹੁੰਦਾ। ਓਕੇ, ਹੁਣ ਆਪਾਂ ਇੱਥੇ ਐਗਜ਼ਾਮਪਲ ਲੈਂਦੇ ਹਾਂ।
कि ਜਿਹੜਾ ਕਾਰਬਨ ਹੈ ਉਹਦਾ ਅਟੋਮਿਕ ਨੰਬਰ ਹੁੰਦਾ ਹੈ 6 ਤੇ ਉਹਦਾ ਅਟੋਮਿਕ ਮਾਸ ਹੁੰਦਾ ਹੈ 12। ਠੀਕ ਹੈ, ਇਹ ਹੈ ਆਮ ਤੌਰ ਤੇ। ਪਰ ਇਹਦਾ ਮਤਲਬ ਕੀ ਹੋਇਆ ਜਦੋਂ ਆਪਾਂ ਗੱਲ ਕਰਦੇ ਹਾਂ ਅਟੋਮਿਕ ਮਾਸ ਦਾ ਮਤਲਬ ਹੈ ਨਿਊਟਰੋਨ ਤੇ ਪ੍ਰੋਟੋਨ ਦੋਨਾਂ ਨੂੰ ਮਿਲਾ ਕੇ ਕਿੰਨਾ ਭਾਰ ਬਣਦਾ ਹੈ। ਇਹਦਾ ਮਤਲਬ ਹੋਇਆ ਕਿ ਕਾਰਬਨ ਦੇ ਵਿੱਚ 6 ਨਿਊਟਰੋਨਸ ਹੈ, 6 ਪ੍ਰੋਟੋਨਸ ਹੈ, ਟੋਟਲ ਕਿੰਨੇ ਹੋ ਗਏ, ਦੋਨਾਂ ਨੂੰ ਐਡ ਕਰ ਦਿਓ, ਟੋਟਲ ਹੋ ਗਿਆ 12, ਰਾਈਟ। ਪਰ ਇਹਨੂੰ ਆਪਾਂ ਡਿਨੋਟ ਕਰਦੇ ਹਾਂ C12 ਕਿ C12 ਜਿਹੜਾ ਹੈ ਨੇਚਰ ਦੇ ਵਿੱਚ ਇੱਕ ਐਲੀਮੈਂਟ ਹੈ। ਪਰ C12 ਦੇ ਨਾਲ C13 ਵੀ ਐਗਜ਼ਿਸਟ ਕਰਦਾ ਹੈ, C13 ਵੀ ਹੈ ਇੱਕ ਚੀਜ਼, C14 ਵੀ ਹੈ। ਸੋ ਕਾਰਬਨ ਜਿਹੜਾ ਹੈ C12 C14 C13 ਇਹਨਾਂ ਫਾਰਮਸ ਦੇ ਵਿੱਚ ਐਗਜ਼ਿਸਟ ਕਰਦਾ ਹੈ। ਇਹਨਾਂ ਨੂੰ ਕਹਿੰਦੇ ਆ ਆਈਸੋਟੋਪਸ। ਹੁਣ ਇਹਨਾਂ 'ਚ ਵੱਖਰਾ ਵੱਖਰਾ ਕੀ ਹੈ, ਇਹਨਾਂ 'ਚ ਫਰਕ ਕੀ ਹੈ, ਇਹਨੂੰ ਆਪਾਂ ਸਮਝਦੇ ਹਾਂ। ਜਿਵੇਂ C12 ਹੈ, ਓਕੇ, C12 ਦਾ ਮਤਲਬ ਹੈ ਨਿਊਟਰੋਨਸ ਵੀ 6 ਹੈ, ਪ੍ਰੋਟੋਨਸ ਵੀ 6 ਹੈ, ਓਕੇ। ਹੁਣ ਇੱਥੇ ਆਪਾਂ ਲੈ ਲੈਂਦੇ ਹਾਂ C13, ਇਹਦਾ ਮਤਲਬ ਹੈ ਨਿਊਟਰੋਨਸ ਪ੍ਰੋਟੋਨ ਤਾਂ ਉਨੇ ਹੀ ਰਹਿਣਗੇ 6। ਪ੍ਰੋਟੋਨ ਕਦੀ ਕਿਸੇ ਐਟਮ ਦੇ ਵਿੱਚ ਚੇਂਜ ਨਹੀਂ ਹੋਣਗੇ, ਪਰ ਨਿਊਟਰੋਨ ਇੱਥੇ ਇੱਕ ਵੱਧ ਗਿਆ 7। ਸੋ ਇੱਕ ਇਹੋ ਜਿਹਾ ਕਾਰਬਨ ਦਾ ਐਟਮ ਜਿਹਦੇ ਵਿੱਚ ਪ੍ਰੋਟੋਨ 6 ਹੈ, ਨਿਊਟਰੋਨ 7 ਹੈ। ਹੁਣ ਇੱਥੇ ਜੇ ਆਪਾਂ ਲਈਏ C14, ਇਹਦਾ ਮਤਲਬ ਹੋ ਗਿਆ ਨਿਊਟਰੋਨ ਜਿਹੜੇ ਹੈ ਉਹ 8 ਹੈ ਅਤੇ ਪ੍ਰੋਟੋਨ ਜਿਹੜੇ ਹੈ ਉਹ 6 ਹੈ। ਦੋਨਾਂ ਨੂੰ ਐਡ ਕਰੋਗੇ ਕਿੰਨਾ ਆਏਗਾ 14, ਰਾਈਟ। ਹੁਣ ਤੁਸੀਂ ਆਈਸੋਟੋਪ ਦਾ ਮਤਲਬ ਆਈ ਗੈਸ ਕਾਫੀ ਹੱਦ ਤੱਕ ਸਮਝ ਗਏ ਹੋਵੋਗੇ। ਆਈਸੋਟੋਪ ਮਤਲਬ ਉਹਦੇ ਵਿੱਚ ਨੰਬਰ ਆਫ ਪ੍ਰੋਟੋਨਸ ਜਿਹੜੇ ਹੈ ਵੱਖਰੇ ਵੱਖਰੇ ਹੋ ਸਕਦੇ ਹੈ। ਇੱਕੋ ਹੀ ਐਲੀਮੈਂਟ, ਉਹਦਾ ਹੀ ਐਟਮ, ਪਰ ਅਲੱਗ-ਅਲੱਗ ਤਰੀਕੇ ਨਾਲ ਐਗਜ਼ਿਸਟ ਕਰ ਸਕਦਾ ਹੈ ਨੇਚਰ ਦੇ ਵਿੱਚ। ਪ੍ਰੋਟੋਨ ਉਹ ਨਹੀਂ ਰਹਿਣਗੇ ਪਰ ਨੰਬਰ ਆਫ ਨਿਊਟਰੋਨ ਡਿਫਰੈਂਟ ਹੋ ਜਾਣਗੇ, ਰਾਈਟ। ਸੋ ਮੈਂਡਲੀਵ ਨੇ ਜਦੋਂ ਆਪਣੀ ਪੀਰੀਓਡਿਕ ਟੇਬਲ ਬਣਾਈ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਸ ਵੇਲੇ ਤੱਕ ਆਈਸੋਟੋਪ ਨਾਮ ਦੀ ਵੀ ਕੋਈ ਚੀਜ਼ ਜਿਹੜੀ ਹੈ ਫਿਊਚਰ ਦੇ ਵਿੱਚ ਹੋਏਗੀ। ਜਿਵੇਂ ਤੁਸੀਂ ਦੇਖੋਗੇ ਤਾਂ ਇੱਥੇ ਕਲੋਰੀਨ ਦੇ ਵੀ 2 ਆਈਸੋਟੋਪ ਦਿੱਤੇ ਗਏ ਹਨ, Cl35 ਅਤੇ Cl37। ਹੁਣ ਆਪਾਂ ਇਹਨਾਂ ਨੂੰ ਦੇਖਦੇ ਹਾਂ। ਕਲੋਰੀਨ ਦੀ ਆਪਾਂ ਗੱਲ ਕਰੀਏ ਤਾਂ ਕਲੋਰੀਨ ਦਾ ਅਟੋਮਿਕ ਨੰਬਰ ਹੈ 17। ਅੱਗੇ ਤੁਸੀਂ ਪੀਰੀਓਡਿਕ ਟੇਬਲ ਵਿੱਚ ਪੜ੍ਹੋਗੇ, ਮਤਲਬ ਇਹਦੇ ਵਿੱਚ ਪ੍ਰੋਟੋਨ ਕਿੰਨੇ ਹੋ ਗਏ 17। ਹੁਣ ਜੇ ਮੈਂ ਕਲੋਰੀਨ 35 ਦੀ ਗੱਲ ਕਰਾਂ ਤਾਂ ਉਹਦੇ ਵਿੱਚ ਨਿਊਟਰੋਨਸ ਕਿੰਨੇ ਰਹਿ ਗਏ 35 ਮਾਈਨਸ 17 ਇਕੁਅਲ ਟੂ, ਇਹਨੂੰ ਤੁਸੀਂ ਸੋਲਵ ਕਰਕੇ ਦੇਖੋ ਕਿੰਨੇ ਰਹਿ ਗਏ। ਅਤੇ ਦੂਜੇ ਵਾਲੇ Cl37 'ਚ ਕਿੰਨੇ ਰਹਿ ਗਏ 37 ਮਾਈਨਸ ਨੰਬਰ ਆਫ ਪ੍ਰੋਟੋਨ ਤਾਂ ਉਨੇ ਹੀ ਰਹਿਣਗੇ, ਦੇਖੋ ਕਿੰਨੇ ਨਿਊਟਰੋਨ ਰਹਿ ਗਏ। ਤਾਂ ਦੋਨੋਂ ਦੇ ਹੀ ਆਈਸੋਟੋਪ ਦੇ ਵਿੱਚ ਤੁਹਾਨੂੰ ਡਿਫਰੈਂਸ ਸਮਝ ਆ ਜਾਏਗਾ, ਓਕੇ। ਸੋ 2 ਲਿਮਿਟੇਸ਼ਨ, ਪਹਿਲਾ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਹਾਈਡਰੋਜਨ ਕਿੱਥੇ ਰੱਖੀਏ, ਅਤੇ ਦੂਜਾ ਕਿ ਆਈਸੋਟੋਪ ਵੀ ਫਿਊਚਰ ਵਿੱਚ ਆਉਣਗੇ। ਅਤੇ ਜਦੋਂ ਉਹ ਆਏ ਤਾਂ ਬਾਅਦ 'ਚੋਂ ਸਾਇੰਟਿਸਟ ਜਿਹੜੇ ਸੀ, ਕੈਮਿਸਟ ਜਿਹੜੇ ਸੀ, ਉਹਨਾਂ ਨੂੰ ਕਨਫਿਊਜ਼ਨ ਹੋਈ ਕਿ ਇਹਨਾਂ ਨੂੰ ਮੈਂਡਲੀਵ ਦੀ ਪੀਰੀਓਡਿਕ ਟੇਬਲ ਦੇ ਵਿੱਚ ਕਿੱਥੇ ਰੱਖਿਆ ਜਾਵੇ, ਓਕੇ। ਹੁਣ ਆਪਾਂ ਅੱਗੇ ਦੇਖਦੇ ਹਾਂ, ਅੱਗੇ ਕੁਝ ਕੁਐਸਚਨ ਦਿੱਤੇ ਹੋਏ ਹੈ। ਯੂਜ਼ ਮੈਂਡਲੀਵ ਪੀਰੀਓਡਿਕ ਟੇਬਲ ਟੂ ਪ੍ਰੋਡਿਕਟ ਦਾ ਫਾਰਮੂਲੇ ਆਫ ਦਾ ਆਕਸਾਈਡਸ ਆਫ ਦਾ ਫੋਲੋਇੰਗ ਐਲੀਮੈਂਟਸ। ਸੋ ਇਹ ਤੁਸੀਂ ਕਰਕੇ ਦੇਖੋ ਕਿ ਇਹ ਜਿਹੜੇ ਐਲੀਮੈਂਟਸ ਹੈ ਇਹਨਾਂ ਨੂੰ ਜੇ ਆਕਸੀਜਨ ਨਾਲ ਰਿਐਕਟ ਕੀਤਾ ਜਾਵੇ, ਆਕਸਾਈਡ ਮਤਲਬ ਆਕਸੀਜਨ ਨਾਲ ਰਿਐਕਟ ਕਰਕੇ ਕੀ ਬਣੇਗਾ, ਪੋਟਾਸ਼ੀਅਮ ਨੂੰ, ਕਾਰਬਨ ਨੂੰ, ਐਲੂਮੀਨੀਅਮ ਨੂੰ, ਸਿਲੀਕੋਨ ਨੂੰ, ਬੇਰੀਅਮ ਨੂੰ, ਇਹਨਾਂ ਨੂੰ ਜੇ ਤੁਸੀਂ ਆਕਸੀਜਨ ਨਾਲ ਰਿਐਕਸ਼ਨ ਕਰੋਗੇ ਤਾਂ ਕੀ ਪ੍ਰੋਡਕਟ ਬਣੇਗਾ, ਇਹ ਟਰਾਈ ਕਰਕੇ ਦੇਖੋ, ਓਕੇ। ਦੇਨ ਆ ਜਾਂਦਾ ਹੈ ਸੈਕਿੰਡ, ਬਿਸਾਈਡਸ ਗੈਲੀਅਮ ਵਿਚ ਅਦਰ ਐਲੀਮੈਂਟਸ ਹੈਵ since been discovered that were left by Mendeleev in his periodic table, ਓਕੇ। ਕੋਈ ਵੀ ਇਹੋ ਜਿਹੇ 2 ਅੱਗੇ ਦਿੱਤਾ Ni2 ਕਿ ਗੈਲੀਅਮ ਤੋਂ ਇਲਾਵਾ ਕੋਈ ਵੀ ਇਹੋ ਜਿਹੇ 2 ਹੋਰ ਐਲੀਮੈਂਟ ਦੱਸੋ ਜਿਹੜੇ ਕਿ ਮੈਂਡਲੀਵ ਦੀ ਪੀਰੀਓਡਿਕ ਟੇਬਲ ਬਣਨ ਤੋਂ ਬਾਅਦ ਪ੍ਰੈਡਿਕਟ ਕੀਤੇ ਗਏ, ਬਾਅਦ 'ਚ ਉਹਦੇ ਵਿੱਚ ਇਨਕਲੂਡ ਕੀਤੇ ਗਏ, ਓਕੇ। ਦੈਨ ਆ ਗਿਆ, ਵਟ ਵਰ ਦਾ ਕ੍ਰਾਈਟੀਰੀਆ ਯੂਜ਼ਡ ਬਾਈ ਮੈਂਡਲੀਵ ਇਨ ਕ੍ਰੀਏਟਿੰਗ ਹਿਸ ਪੀਰੀਓਡਿਕ ਟੇਬਲ। ਕ੍ਰਾਈਟੀਰੀਆ ਕੀ ਯੂਜ਼ ਹੋਇਆ ਸੀ, ਇਹ ਆਪਾਂ ਬਹੁਤ ਵਾਰ ਡਿਸਕਸ ਕਰ ਚੁੱਕੇ ਹਾਂ, ਪਿਛਲੀ ਵੀਡੀਓ ਵਿੱਚ ਵੀ, ਇਸ ਵੀਡੀਓ ਵਿੱਚ ਵੀ। ਇਹਨੂੰ ਟਰਾਈ ਕਰਕੇ ਦੇਖੋ। ਨੈਕਸਟ ਹੈ, ਵਾਈ ਡੂ ਯੂ ਥਿੰਕ ਦ ਨੋਬਲ ਗੈਸਿਸ ਆਰ ਪਲੇਸਡ ਇਨ ਅ ਸੈਪਰੇਟ ਗਰੁੱਪ। ਜਿਹੜੀਆਂ ਨੋਬਲ ਗੈਸਿਸ ਹੈ ਆਪਾਂ ਅਗਲੀ ਸਲਾਈਡ ਦੇ ਵਿੱਚ ਪੜ੍ਹਾਂਗੇ ਤਾਂ ਉਹਨਾਂ ਨੂੰ ਅਲੱਗ ਗਰੁੱਪ ਦੇ ਵਿੱਚ ਕਿਉਂ ਰੱਖਿਆ ਗਿਆ। ਹਾਂ, ਇੱਕ ਪੁਆਇੰਟ ਮੈਂ ਇੱਥੇ ਹੋਰ ਐਡ ਕਰ ਦਿਆਂ, ਨੋਬਲ ਗੈਸਿਸ ਨੂੰ ਵੀ ਮੈਂਡਲੀਵ ਨੇ ਪ੍ਰੈਡਿਕਟ ਕੀਤਾ ਸੀ ਅਤੇ ਉਹਨਾਂ ਦੀ ਜਗ੍ਹਾ ਖਾਲੀ ਛੱਡੀ ਸੀ ਕਿ ਇਸ ਜਗ੍ਹਾ 'ਤੇ ਨੋਬਲ ਗੈਸਿਸ ਆਉਣਗੀਆਂ, ਓਕੇ। ਹੁਣ ਆਪਾਂ ਅੱਗੇ ਮੂਵ ਕਰਦੇ ਹਾਂ। ਅੱਗੇ ਹੈ ਮੇਕਿੰਗ, ਹੁਣ ਆਪਾਂ 2 ਚੀਜ਼ਾਂ ਪੜ੍ਹ ਲਈਆਂ ਮੈਂਡਲੀਵ, 3 ਚੀਜ਼ਾਂ ਐਕਚੁਅਲੀ। ਮੈਂਡਲੀਵ ਨੇ ਪੀਰੀਓਡਿਕ ਟੇਬਲ ਕਿਵੇਂ ਬਣਾਈ, ਉਹਦੇ ਬੇਸਿਸ ਕੀ ਸੀ। ਸੈਕਿੰਡ ਆਪਾਂ ਪੜ੍ਹਿਆ ਕਿ ਉਹਨਾਂ ਦੀ ਅਚੀਵਮੈਂਟਸ ਕੀ ਸੀ ਮੇਨ। ਥਰਡ ਆਪਾਂ ਪੜ੍ਹਿਆ ਉਹਨਾਂ ਦੀ ਲਿਮਿਟੇਸ਼ਨ ਕਿ ਜਿਹੜੀਆਂ ਥੋੜ੍ਹੀਆਂ ਬਹੁਤੀਆਂ ਕਮੀਆਂ ਰਹਿ ਗਈਆਂ ਤਾਂ ਉਹ ਕਿਹੜੀਆਂ ਕਮੀਆਂ ਸੀ ਜਿਹੜੀਆਂ ਫਿਊਚਰ ਦੇ ਵਿੱਚ ਸਾਹਮਣੇ ਆਈਆਂ। ਨੈਕਸਟ ਆ ਗਿਆ ਮੇਕਿੰਗ ਆਰਡਰ ਆਊਟ ਆਫ ਕਿਓਸ ਦੀ ਮਾਡਰਨ ਪੀਰੀਓਡਿਕ ਟੇਬਲ। ਹੁਣ ਕੈਮਿਸਟ ਸੀ ਹੈਨਰੀ ਮੋਜ਼ਲੀ, ਇਹਨਾਂ ਨੇ ਜਿਹੜਾ ਹੈ ਸ਼ੁਰੂਆਤ ਕੀਤੀ। ਇਹਨਾਂ ਨੇ ਜਿਹੜਾ ਹੈ ਜਦੋਂ ਮੈਂਡਲੀਵ ਦੀ ਬਣਾਈ ਪੀਰੀਓਡਿਕ ਟੇਬਲ 'ਤੇ ਅੱਗੇ ਕੰਮ ਕਰਨਾ ਸਟਾਰਟ ਕੀਤਾ ਤਾਂ ਇਹਨਾਂ ਨੇ ਓਬਜ਼ਰਵ ਕੀਤਾ ਕਿ ਮੈਂਡਲੀਵ ਨੇ 3 ਬੇਸਿਸ ਰੱਖੇ ਸੀ। ਪਹਿਲਾ ਸੀ ਅਟੋਮਿਕ ਮਾਸ, ਉਹਦੇ ਆਧਾਰ 'ਤੇ।
ਦੂਜਾ ਸੀ ਫਿਜ਼ੀਕਲ ਪ੍ਰੋਪਰਟੀਜ਼ ਐਲੀਮੈਂਟ ਦੀਆਂ, ਤੀਜਾ ਸੀ ਉਹਨਾਂ ਦੀਆਂ ਕੈਮੀਕਲ ਪ੍ਰੋਪਰਟੀਜ਼। ਪਰ ਇੱਕ ਦਿੱਕਤ ਤੁਸੀਂ ਜੇ ਪਿੱਛੇ ਧਿਆਨ ਨਾਲ ਸੁਣਿਆ ਹੋਏਗਾ ਤਾਂ ਇੱਕ ਦਿੱਕਤ ਆ ਗਈ ਸੀ ਕਿ ਅਟੋਮਿਕ ਮਾਸ ਜਿਹੜੇ ਹੈ ਅਸੈਂਡਿੰਗ ਆਰਡਰ ਦੇ ਵਿੱਚ ਰੱਖੇ ਤਾਂ ਗਏ, ਪਰ ਜਦੋਂ ਕੈਮੀਕਲ ਪ੍ਰੋਪਰਟੀਜ਼ ਤੇ ਫਿਜ਼ੀਕਲ ਪ੍ਰੋਪਰਟੀਜ਼ ਦੇ ਬੇਸ ਤੇ ਉਹਨਾਂ ਨੇ ਗਰੁੱਪ ਬਣਾਏ ਮੈਂਡਲੀਵ ਨੇ, ਤਾਂ ਕਿਤੇ ਨਾ ਕਿਤੇ ਅਟੋਮਿਕ ਮਾਸ ਦਾ ਅਸੈਂਡਿੰਗ ਆਰਡਰ ਡਿਸਟਰਬ ਹੋ ਗਿਆ। ਛੋਟੇ ਅਟੋਮਿਕ ਮਾਸ ਵਾਲੇ ਕਈ ਬਾਅਦ 'ਚੋਂ ਆ ਗਏ, ਵੱਡੇ ਅਟੋਮਿਕ ਮਾਸ ਵਾਲੇ ਕਈ ਪਹਿਲੇ ਆ ਗਏ। ਤਾਂ ਇਸ ਪ੍ਰੋਬਲਮ ਨੂੰ ਉਹਨਾਂ ਨੇ ਦੇਖਿਆ ਹੈਨਰੀ ਮੌਜ਼ਲੀ ਨੇ ਕਿ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਜਿਹੜੀ ਕਿ ਹੋਰ ਐਲੀਮੈਂਟਸ ਐਡ ਕਰਨ ਦੇ ਵਿੱਚ ਆਏਗੀ ਆਪਾਂ ਨੂੰ ਪੀਰੀਓਡਿਕ ਟੇਬਲ ਦੇ ਵਿੱਚ। ਤਾਂ ਉਹਨਾਂ ਨੇ ਕਿਹਾ ਕਿ ਆਪਾਂ ਇੱਕ ਕੰਮ ਕਰਦੇ ਹਾਂ, ਫਿਜ਼ੀਕਲ ਪ੍ਰੋਪਰਟੀ ਕੈਮੀਕਲ ਪ੍ਰੋਪਰਟੀ ਦੋਨੋਂ ਬਿਲਕੁਲ ਓਕੇ ਹੈ, ਪਰ ਅਟੋਮਿਕ ਮਾਸ ਦੀ ਥਾਂ 'ਤੇ ਇੱਕ ਨਵੀਂ ਚੀਜ਼ ਆਪਾਂ ਯੂਜ਼ ਕਰਦੇ ਹਾਂ, ਉਹ ਹੈ ਅਟੋਮਿਕ ਨੰਬਰ। ਅਟੋਮਿਕ ਮਾਸ ਲਗਭਗ ਤੁਸੀਂ ਕਹਿ ਸਕਦੇ ਹੋ ਉਹਦਾ ਭਾਰ ਐਟਮ ਦਾ ਕਿੰਨਾ ਹੈ ਲਗਭਗ, ਪਰ ਥੋੜ੍ਹੀ ਵੱਖਰੀ ਚੀਜ਼ ਹੁੰਦੀ ਹੈ। ਅਤੇ ਅਟੋਮਿਕ ਨੰਬਰ ਉਹਦੇ ਵਿੱਚ ਨੰਬਰ ਆਫ ਨਿਊਟਰੋਨਸ ਕਿੰਨੇ ਹੈ, ਨੰਬਰ ਆਫ ਪ੍ਰੋਟੋਨਸ ਕਿੰਨੇ ਹੈ, ਨੰਬਰ ਆਫ ਇਲੈਕਟ੍ਰੋਨਸ ਕਿੰਨੇ ਹੈ ਇੱਕ ਸਟੈਂਡਰਡ ਐਲੀਮੈਂਟ ਦੇ ਵਿੱਚ। ਪਰ ਨੰਬਰ ਆਫ ਨਿਊਟਰੋਨਸ ਵੱਖਰੇ ਹੋ ਸਕਦੇ ਹੈ ਉਹਨਾਂ ਦੇ ਆਈਸੋਟੋਪਸ ਦੇ ਵਿੱਚ, ਇਸ ਕਰਕੇ ਆਪਾਂ ਉਹਨਾਂ ਨੂੰ ਫਿਲਹਾਲ ਡਿਸਕਸ ਨਹੀਂ ਕਰ ਰਹੇ। ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਅਟੋਮਿਕ ਨੰਬਰ ਦਾ ਮਤਲਬ ਹੈ ਕਿੰਨੇ ਨੰਬਰ ਆਫ ਪ੍ਰੋਟੋਨਸ ਹੈ ਅਤੇ ਕਿੰਨੇ ਨੰਬਰ ਆਫ ਇਲੈਕਟ੍ਰੋਨਸ ਹੈ ਉਸ ਐਟਮ ਦੇ ਵਿੱਚ, ਰਾਈਟ। ਜਿਵੇਂ ਕਿ ਆਪਾਂ ਐਗਜ਼ਾਮਪਲ ਲਿਆ ਸੀ ਕਾਰਬਨ ਦਾ, ਅਟੋਮਿਕ ਨੰਬਰ 6 ਮਤਲਬ ਉਹਦੇ ਵਿੱਚ ਇਲੈਕਟ੍ਰੋਨ ਵੀ 6 ਅਤੇ ਪ੍ਰੋਟੋਨ ਵੀ 6। ਓਕੇ, ਸੋ ਇਸ ਤਰੀਕੇ ਨਾਲ ਉਹਨਾਂ ਨੇ ਜਿਹੜਾ ਹੈ ਪੀਰੀਓਡਿਕ ਟੇਬਲ ਆਪਣੀ ਬਣਾਉਣੀ ਸਟਾਰਟ ਕੀਤੀ। ਹੁਣ ਆਪਾਂ ਇਹਨੂੰ ਫਰਦਰ ਜਿਹੜਾ ਹੈ ਸਟੱਡੀ ਕਰਦੇ ਹਾਂ। ਹੁਣ ਕੁਝ ਐਕਟੀਵਿਟੀ ਅੱਗੇ ਦਿੱਤੀ ਗਈ ਹੈ, ਇਹਨੂੰ ਟਰਾਈ ਕਰਕੇ ਦੇਖੋ। ਹਾਊ ਆਰ ਦ ਪੋਜੀਸ਼ਨਸ ਆਫ ਕੋਬਾਲਟ ਨਿਕਲ ਰਿਜ਼ੋਲਵਡ ਇਨ ਦਾ ਮਾਡਰਨ ਪੀਰੀਓਡਿਕ ਟੇਬਲ, ਕਿ ਮਾਡਰਨ ਪੀਰੀਓਡਿਕ ਟੇਬਲ ਦੇ ਵਿੱਚ ਕੋਬਾਲਟ ਅਤੇ ਨਿਕਲ ਦੀ ਪੋਜੀਸ਼ਨ ਨੂੰ ਕਿਵੇਂ ਜਿਹੜਾ ਹੈ ਫਾਈਨਲ ਕੀਤਾ ਗਿਆ ਕਿ ਇਹ ਕਿੱਥੇ ਆਉਣਗੇ, ਰਿਜ਼ੋਲਵ ਕਿਵੇਂ ਕੀਤਾ ਗਿਆ। ਨੈਕਸਟ ਹੈ ਹਾਊ ਆਰ ਦ ਪੋਜੀਸ਼ਨ ਆਫ ਆਈਸੋਟੋਪਸ ਆਫ ਵੇਰੀਅਸ ਐਲੀਮੈਂਟਸ ਡਿਸਾਈਡਡ ਇਨ ਦਾ ਮਾਡਰਨ ਪੀਰੀਓਡਿਕ ਟੇਬਲ। ਜਿਵੇਂ ਹੁਣ ਆਪਾਂ ਆਈਸੋਟੋਪ ਦੇਖੀਏ, ਹੁਣ ਕਾਰਬਨ ਦਾ ਦੇਖੋ ਇੱਕੋ ਐਲੀਮੈਂਟ ਹੈ ਸੀ ਨਾਲ ਡਿਨੋਟ ਕਰਦੇ ਹਾਂ, ਪਰ ਸੀ ਦੇ ਵੀ ਅੱਗੇ ਵੱਖਰੇ ਵੱਖਰੇ ਆ, C12 C13 C14 ਡਿਪੈਂਡਿੰਗ ਔਨ ਦਾ ਨੰਬਰ ਆਫ ਨਿਊਟਰੋਨਸ। ਤਾਂ ਉਹਨਾਂ ਨੂੰ ਕਿਵੇਂ ਡਿਸਾਈਡ ਕੀਤਾ ਗਿਆ ਕਿ ਇਹਨਾਂ ਨੂੰ ਕਿਵੇਂ ਰੱਖੀਏ। ਨੈਕਸਟ ਕੁਐਸਚਨ ਹੈ, ਇਜ਼ ਇਟ ਪੋਸੀਬਲ ਟੂ ਹੈਵ ਐਨ ਐਲੀਮੈਂਟ ਵਿਦ ਅਟੋਮਿਕ ਨੰਬਰ 1.5 ਪਲੇਸਡ ਬਿਟਵੀਨ ਹਾਈਡਰੋਜਨ ਐਂਡ ਹੀਲੀਅਮ। ਹਾਈਡਰੋਜਨ ਦਾ ਅਟੋਮਿਕ ਨੰਬਰ ਹੈ 1, ਹੀਲੀਅਮ ਦਾ ਅਟੋਮਿਕ ਨੰਬਰ ਹੈ 2। ਤਾਂ ਕੀ ਤੁਹਾਨੂੰ ਲੱਗਦਾ ਕੋਈ ਇਹੋ ਜਿਹਾ ਵੀ ਐਲੀਮੈਂਟ ਹੋ ਸਕਦਾ ਹੈ ਜਿਹਦਾ ਅਟੋਮਿਕ ਨੰਬਰ 1.5 ਹੋਵੇ 1.5? ਕੀ ਹੋ ਸਕਦਾ ਹੈ? ਕਿ ਜੇ ਹੋ ਸਕਦਾ ਹੈ ਤਾਂ ਕੀ ਉਹਨੂੰ ਆਪਾਂ ਹਾਈਡਰੋਜਨ ਅਤੇ ਹੀਲੀਅਮ ਦੇ ਵਿੱਚ ਪਲੇਸ ਕਰ ਸਕਦੇ ਹਾਂ? ਇਹਨੂੰ ਸੋਚ ਕੇ ਦੇਖੋ। ਨੈਕਸਟ ਹੈ, ਵੇ ਡੂ ਯੂ ਥਿੰਕ ਸ਼ੁੱਡ ਹਾਈਡਰੋਜਨ ਬੀ ਪਲੇਸਡ ਇਨ ਦਾ ਮਾਡਰਨ ਪੀਰੀਓਡਿਕ ਟੇਬਲ, ਕਿ ਆਪਣੀ ਹੁਣ ਮਾਡਰਨ ਪੀਰੀਓਡਿਕ ਟੇਬਲ ਦੇ ਵਿੱਚ ਜਿਹੜਾ ਹੈ ਹਾਈਡਰੋਜਨ ਨੂੰ ਕਿੱਥੇ ਰੱਖਣਾ ਚਾਹੀਦਾ ਹੈ ਉਸ ਬਾਰੇ ਵੀ ਸੋਚ ਕੇ ਦੇਖੋ। ਪਰ ਆਪਾਂ ਜੋ ਅੱਗੇ ਪੜ੍ਹਨ ਜਾ ਰਹੇ ਹਾਂ ਤੁਹਾਨੂੰ ਇਹਦੇ ਵਿੱਚ ਕੁਝ ਆਨਸਰ ਉਹਦੇ ਵਿੱਚ ਵੀ ਮਿਲਣਗੇ, ਪਲੱਸ ਫਰਦਰ ਤੁਸੀਂ ਇਸ ਨੂੰ ਫਰਦਰ ਸੋਚ ਕੇ ਦੇਖਣਾ ਹੈ। ਸੋ ਆਪਾਂ ਤੁਹਾਡੇ ਨੈਕਸਟ 'ਤੇ ਆਉਂਦੇ ਹਾਂ, ਜੋ ਕਿ ਆਪਣਾ ਹੁਣ ਬੇਸ ਹੈ ਮਾਡਰਨ ਪੀਰੀਓਡਿਕ ਟੇਬਲ। ਓਕੇ, ਹੁਣ ਇਸ ਨੂੰ ਆਪਾਂ ਥੋੜ੍ਹਾ ਜਿਹਾ ਬਰੀਫ ਕਰਦੇ ਹਾਂ, ਥੋੜ੍ਹਾ ਜਿਹਾ ਇਸੇ ਹੋਮਵਰਕ ਰਹੇਗਾ ਅਤੇ ਫਰਦਰ ਇਹਨੂੰ ਆਉਣ ਵਾਲੇ ਲੈਕਚਰਸ ਅਤੇ ਆਉਣ ਵਾਲੇ ਚੈਪਟਰਸ ਦੇ ਵਿੱਚ ਹੋਰ ਡਿਟੇਲ ਦੇ ਵਿੱਚ ਵੀ ਸਟੱਡੀ ਹੋਏਗਾ। ਜੇ ਤੁਸੀਂ ਉੱਪਰ ਦੇਖੋਗੇ ਤਾਂ 3 ਚੀਜ਼ਾਂ ਲਿਖੀਆਂ ਹੋਈਆਂ, ਮੈਟਲ, ਮੈਟਲੋਇਡਸ ਅਤੇ ਨਾਨ ਮੈਟਲਸ, ਰਾਈਟ। ਇਸ 'ਚ 3 ਚੀਜ਼ਾਂ ਲਿਖੀਆਂ, ਮੈਟਲ, ਮੈਟਲੋਇਡਸ ਅਤੇ ਨਾਨ ਮੈਟਲਸ। ਹੁਣ ਇਹਨਾਂ ਦਾ ਮਤਲਬ ਕੀ ਹੈ? ਪਹਿਲੇ ਆਪਾਂ ਬੜੀ ਹੀ ਸਿੰਪਲ ਭਾਸ਼ਾ ਦੇ ਵਿੱਚ ਇਹਨੂੰ ਸਮਝਦੇ ਹਾਂ। ਮੈਟਲਸ ਮਤਲਬ ਜਿਹੜੀਆਂ ਵੀ ਧਾਤਾਂ ਹੁੰਦੀਆਂ, ਮਤਲਬ ਜਿਹੜੀਆਂ ਵਜਾਉਣ 'ਤੇ ਖੜਕਦੀਆਂ ਹੈ, ਉਹਨਾਂ ਦੀ ਆਵਾਜ਼ ਆਉਂਦੀ ਹੈ, ਜਿਨ੍ਹਾਂ ਨੂੰ ਪਿਘਲਾ ਕੇ ਤੁਸੀਂ ਉਹਨਾਂ ਦੀਆਂ ਤਾਰਾਂ ਬਣਾ ਸਕਦੇ ਹੋ, ਉਹਨਾਂ ਦੀਆਂ ਚਾਦਰਾਂ ਬਣਾ ਸਕਦੇ ਹੋ, ਉਹਨਾਂ ਦੇ ਕੋਈ ਕਿਚਨ ਦੇ ਤੁਸੀਂ ਆਪਣੇ ਭਾਂਡੇ ਬਣਾ ਸਕਦੇ ਹੋ, ਕੋਈ ਇਕਵਿਪਮੈਂਟ ਬਣਾ ਸਕਦੇ ਹੋ, ਪੱਖੇ ਬਣਾ ਸਕਦੇ ਹੋ, ਕੋਈ ਵੀ ਚੀਜ਼ਾਂ ਜਿਹੜੀਆਂ ਹੈ ਉਹਨਾਂ ਨੂੰ ਮੋਲਡ ਕਰਕੇ ਕੋਈ ਹੋਰ ਸ਼ੇਪ ਦੇ ਸਕਦੇ ਹੋ। ਸੋ ਇਹੋ ਜਿਹੀਆਂ ਕੁਝ ਚੀਜ਼ਾਂ ਜਿਹੜੀਆਂ ਹੈ ਉਹਨਾਂ ਦੀ ਜਿਹੜੀ ਹੈ ਚਮਕ ਹੁੰਦੀ ਹੈ, ਉਹਨਾਂ ਦੇ ਗਹਿਣੇ ਬਣਾ ਸਕਦੇ ਹੋ। ਇਹੋ ਜਿਹੀ ਕੁਝ ਚੀਜ਼ਾਂ ਨੂੰ ਆਪਾਂ ਮੈਟਲਸ ਕਹਿੰਦੇ ਹਾਂ। ਨਾਨ ਮੈਟਲਸ, ਅਜੇ ਆਪਾਂ ਬਿਲਕੁਲ ਹੀ ਸਿੰਪਲ ਵਰਡ ਵਿੱਚ ਗੱਲ ਕਰਦੇ ਹਾਂ, ਜਿਹੜੀਆਂ ਮੈਟਲਸ ਨਹੀਂ ਹੈ ਉਹ ਕੀ ਹੋਣਗੀਆਂ? ਨਾਨ ਮੈਟਲਸ, ਮਤਲਬ ਉਹ ਅਧਾਤਾਂ ਹੋਣਗੀਆਂ, ਨਾਨ ਮੈਟਲਸ ਹੋਣਗੀਆਂ। ਮਤਲਬ ਉਹਨਾਂ ਦੇ ਵਿੱਚ ਇਹ ਕੋਈ ਵੀ ਖਾਸੀਅਤ ਨਹੀਂ ਹੋਏਗੀ ਜੋ ਕਿ ਮੈਟਲਸ ਦੀਆਂ ਹੋਣਗੀਆਂ। ਫਿਰ ਆਉਂਦਾ ਮੈਟਲੋਇਡਸ। ਮੈਟਲੋਇਡ ਦਾ ਮਤਲਬ ਹੈ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੇ ਐਲੀਮੈਂਟਸ ਜਿਨ੍ਹਾਂ ਦੇ ਵਿੱਚ ਕੁਝ ਖਾਸੀਅਤ ਮੈਟਲ ਵਾਲੀ ਵੀ ਹੋਏਗੀ, ਕੁਝ ਖਾਸੀਅਤ ਨਾਨ ਮੈਟਲ ਵਾਲੀਆਂ ਵੀ ਹੋਣਗੀਆਂ। ਓਕੇ, ਹੁਣ ਇਹ ਤਾਂ ਹੋ ਗਏ 3 ਮੇਜਰ ਗਰੁੱਪਸ। ਜਿਵੇਂ ਤੁਸੀਂ ਪੂਰੀ ਪੀਰੀਓਡਿਕ ਟੇਬਲ ਦੇ ਵਿੱਚ ਦੇਖ ਰਹੇ ਹੋ, ਕੁਝ ਗ੍ਰੀਨ ਦੇ ਵਿੱਚ ਦਿੱਤੇ ਹੈ ਇਹ ਮੈਟਲਸ हैं, ਕੁਝ ਪਿੰਕ ਦੇ ਵਿੱਚ ਦਿੱਤੇ ਹੈ ਇਹ ਮੈਟਲੋਇਡਸ हैं, ਕੁਝ ਨਾਨ ਮੈਟਲ ਦੇ ਵਿੱਚ ਦਿੱਤੇ ਹੈ ਇਹ येलो ਦੇ ਵਿੱਚ ਜਿਹੜੇ ਹੈ, ਕੁਝ येलो ਦੇ ਵਿੱਚ ਦਿੱਤੇ ਨਾਨ ਮੈਟਲਸ, ਇਹ ਸਾਰੇ ਨਾਨ ਮੈਟਲਸ ਹਨ। ਓਕੇ, ਹੋ ਸਕਦਾ ਤੁਹਾਡੀ ਬੁੱਕ ਦੇ ਵਿੱਚ ਮਾਈਟ ਵੀ ਕਲਰ ਵੀ ਡਿਫਰੈਂਟ ਹੋ ਸਕਦਾ, ਬਟ ਇਹਨਾਂ ਦੀ ਗਰੁੱਪਿੰਗ ਡੈਫੀਨੇਟਲੀ ਡਿਫਰੈਂਟ ਦਿੱਤੀ ਹੋਏਗੀ। ਓਕੇ, ਹੁਣ ਆਪਾਂ ਫਰਦਰ ਆ ਜਾਂਦੇ ਹਾਂ ਕਿ ਇਹ ਤਾਂ ਹੋ ਗਏ 3 ਮੇਜਰ ਤਰ੍ਹਾਂ ਦੇ ਗਰੁੱਪ, ਕਿ ਇਸ ਤਰੀਕੇ ਨਾਲ ਪੀਰੀਓਡਿਕ ਟੇਬਲ ਨੂੰ ਡਿਵਾਈਡ ਕੀਤਾ ਗਿਆ। ਪਰ ਇਹਨਾਂ ਗਰੁੱਪ ਦੇ ਵਿੱਚ ਵੀ ਫਰਦਰ ਡਿਵੀਜ਼ਨ ਹੈ। ਜਿਵੇਂ ਤੁਹਾਨੂੰ ਕੁਝ 2-3 ਵਰਡ ਯਾਦ ਹੋਣਗੇ, ਪਿਛਲੇ ਪੇਜ 'ਤੇ ਆਪਾਂ ਪੜ੍ਹੇ ਸੀ। ਇੱਕ ਸੀ ਐਲਕਲੀ ਮੈਟਲਸ, ਇੱਕ ਸੀ ਹੈਲੋਜਨਸ, ਹੁਣ ਇੱਕ ਸੀ ਨੋਬਲ ਗੈਸਸ। ਹੁਣ ਆਪਾਂ ਇੱਥੇ ਐਗਜ਼ਾਮਪਲ ਲੈਂਦੇ ਹਾਂ। ਜੇ ਤੁਸੀਂ ਇਹਦਾ ਲਾਸਟ ਗਰੁੱਪ ਦੇਖੋਗੇ, ਗਰੁੱਪ ਨੰਬਰ 18,
ਇਹ ਸਾਰੀਆਂ ਨੋਬਲ ਗੈਸਿਸ ਹੈ। ਨੋਬਲ ਗੈਸਿਸ मतलब ਇਹ ਕਿਸੇ ਨਾਲ ਵੀ ਰਿਐਕਟ ਨਹੀਂ ਕਰਦੀਆਂ, ਕਿਸੇ ਨਾਲ ਵੀ ਮਿਲ ਕੇ ਕੋਈ ਹੋਰ ਚੀਜ਼ ਨਹੀਂ ਬਣਾਉਂਦੀਆਂ, ਕੋਈ ਹੋਰ ਕੰਪਾਊਂਡ ਨਹੀਂ ਬਣਾਉਂਦੀਆਂ। ਇਹ ਸਾਰੀਆਂ ਨੋਬਲ ਗੈਸਿਸ ਹੈ। ਹੁਣ ਯੈਲੋ ਦੇ ਵਿੱਚ ਤਾਂ ਸਾਰੇ ਨॉन ਮੈਟਲਸ ਹੈ, ਇਹ ਨੋਬਲ ਗੈਸਿਸ ਵੀ ਨॉन ਮੈਟਲਸ ਹੈ, ਪਰ ਇਹ ਨੋਬਲ ਗੈਸਿਸ ਵੀ ਹੈ। ਸਿਰਫ ਇਹੀ ਨੋਬਲ ਗੈਸਿਸ ਹੈ, ਹੋਰ ਕੋਈ ਨੋਬਲ ਗੈਸਿਸ ਪੂਰੀ ਪੀਰੀਓਡਿਕ ਟੇਬਲ ਦੇ ਵਿੱਚ ਨਹੀਂ ਹੈ। ਓਕੇ, ਇਹਨਾਂ ਨੂੰ ਫਰਦਰ ਜਿਹੜਾ ਡਿਟੇਲ ਦੇ ਵਿੱਚ ਕਿਤੇ ਨਾ ਕਿਤੇ ਆਏਗਾ, ਆਪਾਂ ਉੱਥੇ ਪੜਾਂਗੇ। ਓਕੇ, ਹੁਣ ਜੇ ਤੁਸੀਂ ਦੇਖੋਗੇ ਪਹਿਲਾ ਗਰੁੱਪ, ਹੁਣ ਆਪਾਂ ਪਹਿਲੇ ਗਰੁੱਪ 'ਤੇ ਆਉਂਦੇ ਹਾਂ। ਪਹਿਲੇ ਗਰੁੱਪ ਦੇ ਵਿੱਚ ਹਾਈਡਰੋਜਨ ਦਾ ਕਲਰ ਵੱਖਰਾ ਕੀਤਾ ਹੋਇਆ, ਬਾਕੀ ਸਭ ਦਾ ਗ੍ਰੀਨ ਕੀਤਾ ਹੋਇਆ। ਬਾਕੀ ਸਭ ਜਿਹੜੇ ਹੈ ਲੀਥੀਅਮ ਤੋਂ ਲੈ ਕੇ ਫ੍ਰੈਂਸ਼ੀਅਮ ਤੱਕ, ਇਹ ਸਾਰੇ ਐਲਕਲੀ ਮੈਟਲਸ ਹੈ। ਓਕੇ, ਹੁਣ ਆਪਾਂ ਹੋਰ ਅੱਗੇ ਆਉਂਦੇ ਹਾਂ। ਜਿਹੜਾ 17th ਗਰੁੱਪ ਹੈ ਫਲੋਰੀਨ ਵਾਲਾ, 17 ਗਰੁੱਪ ਫਲੋਰੀਨ, ਕਲੋਰੀਨ, ਆਇਓਡੀਨ, ਬ੍ਰੋਮੀਨ, ਆਇਓਡੀਨ, ਐਸਟੇਨਾਈਨ ਐਂਡ ਟੈਨਾਸੀਨ, ਇਹ ਸਾਰੀਆਂ ਜਿਹੜੇ ਹੈ ਇਹ ਹੈਲੋਜਨ ਗਰੁੱਪ ਹੈ। ਇਹ ਸਾਰੇ ਹੈਲੋਜਨ ਐਲੀਮੈਂਟਸ ਹੈ। ਹੁਣ ਇਹਨਾਂ ਦਾ ਮਤਲਬ ਕੀ ਹੈ, ਥੋੜ੍ਹਾ ਜਿਹਾ ਬਰੀਫ ਕਰ ਲੈਂਦੇ ਹਾਂ ਆਪਾਂ, ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ। ਇਹਨਾਂ ਨੂੰ ਅਲੱਗ-ਅਲੱਗ ਨਾਮ ਇਸ ਕਰਕੇ ਦਿੱਤੇ ਗਏ ਹਨ ਕਿਉਂਕਿ ਹਰ ਗਰੁੱਪ ਦੇ ਐਲੀਮੈਂਟਸ ਦੀਆਂ ਪ੍ਰੋਪਰਟੀਜ਼, ਉਹਨਾਂ ਦੀਆਂ ਖਾਸੀਅਤ ਵੱਖਰੀਆਂ ਵੱਖਰੀਆਂ ਹੈ। ਓਕੇ, ਹੁਣ ਆਪਾਂ ਐਗਜ਼ਾਮਪਲ ਲੈਂਦੇ ਹਾਂ ਪਹਿਲੇ ਗਰੁੱਪ ਦਾ। ਲੀਥੀਅਮ, ਸੋਡੀਅਮ, ਪੋਟਾਸ਼ੀਅਮ, ਰੂਬੀਡੀਅਮ, ਕੈਲਸ਼ੀਅਮ ਅਤੇ ਫ੍ਰੈਂਸ਼ੀਅਮ, ਇਹ ਸਾਰੀਆਂ ਹੈ ਐਲਕਲੀ ਮੈਟਲਸ। ਐਲਕਲੀ ਮੈਟਲ ਜੈਸੇ ਇਹਨਾਂ ਨੂੰ ਇੱਕ ਨਾਮ ਦਿੱਤਾ ਗਿਆ ਕਿ ਐਲਕਲੀ ਮੈਟਲਸ ਹੈ। ਐਲਕਲੀ ਮੈਟਲ ਨਾਮ ਤੋਂ ਕੀ ਭਾਵ ਹੈ ਕਿ ਇਹਨਾਂ ਸਭ ਦੀਆਂ ਪ੍ਰੋਪਰਟੀਜ਼ ਇੱਕੋ ਜਿਹੀਆਂ ਅਤੇ ਇਹਨਾਂ ਦੀਆਂ ਕੁਝ ਖਾਸ ਪ੍ਰੋਪਰਟੀਜ਼ ਹੋਣਗੀਆਂ। ਕੀ ਪ੍ਰੋਪਰਟੀਜ਼ ਹੈ ਇਹਨਾਂ ਦੀਆਂ? ਹੁਣ ਜਿਵੇਂ ਤੁਸੀਂ ਦੇਖੋਗੇ ਤੁਹਾਡੀ ਕਿਚਨ ਦੇ ਵਿੱਚ ਜਿਹੜਾ ਤੁਸੀਂ ਸਬਜ਼ੀਆਂ 'ਚ ਯੂਜ਼ ਕਰਦੇ ਹੋ, ਨਮਕ ਨੂੰ ਆਪਾਂ ਕੀ ਕਹਿੰਦੇ ਹਾਂ? ਸੌਲਟ। ਪਰ ਸੌਲਟ ਉਹਦਾ ਸਹੀ ਨਾਮ ਨਹੀਂ ਹੈ। ਉਹਦਾ ਸਹੀ ਨਾਮ ਹੈ ਟੇਬਲ ਸੌਲਟ ਜਾਂ ਰੈਗੂਲਰ ਸੌਲਟ ਜਾਂ ਕਾਮਨ ਟੇਬਲ ਸੌਲਟ। ਉਹ ਬਣਦਾ ਹੈ ਸੋਡੀਅਮ ਦੇ ਨਾਲ। ਕਿਹਦੇ ਨਾਲ ਬਣਦਾ ਹੈ ਉਹ? ਸੋਡੀਅਮ ਦੇ ਨਾਲ। ਉਹ ਬਣਦਾ ਹੈ ਸੋਡੀਅਮ ਦੇ ਨਾਲ, Na, ਰਾਈਟ। ਉਹ ਹੁੰਦਾ ਹੈ NaCl, ਸੋਡੀਅਮ ਕਲੋਰਾਈਡ, NaCl। ਸੋਡੀਅਮ ਅਤੇ ਕਲੋਰੀਨ ਨੂੰ ਮਿਲ ਕੇ, ਇਹ ਹੋ ਗਿਆ ਸੋਡੀਅਮ, ਇਹ ਹੋ ਗਿਆ ਕਲੋਰੀਨ। ਸੋਡੀਅਮ ਅਤੇ ਕਲੋਰੀਨ ਨੂੰ ਮਿਲ ਕੇ ਬਣਦਾ ਹੈ। ਇਹਦੇ ਵਿੱਚੋਂ ਸੋਡੀਅਮ ਹੈ ਐਲਕਲੀ ਮੈਟਲ। ਹੁਣ ਇੱਥੋਂ ਮੈਂ ਇੱਕ ਚੀਜ਼ ਤੁਹਾਨੂੰ ਕਲੀਅਰ ਕਰਦਾ, ਜਿੰਨੀਆਂ ਵੀ ਐਲਕਲੀ ਮੈਟਲਸ ਹੈ, ਇਹ ਜਿੰਨਾ ਵੀ ਤੁਸੀਂ ਗਰੁੱਪ ਦੇਖ ਰਹੇ ਹੋ, ਇਹ ਜਿੰਨਾ ਵੀ ਤੁਸੀਂ ਐਲਕਲੀ ਮੈਟਲ ਦਾ ਗਰੁੱਪ ਦੇਖ ਰਹੇ ਹੋ, ਇਹ ਸਾਰਾ ਹੀ ਗਰੁੱਪ ਜਿਹੜਾ ਹੈ ਨੇਚਰ ਦੇ ਵਿੱਚ ਸੌਲਟ ਦੇ ਤੌਰ 'ਤੇ ਮੌਜੂਦ ਰਹਿੰਦਾ ਹੈ, ਰਾਈਟ, ਅਵੇਲੇਬਲ ਰਹਿੰਦਾ ਹੈ। ਆਪਾਂ ਨੂੰ ਨੇਚਰ ਵਿੱਚ ਮਿਲਦਾ ਇੱਕ ਸੌਲਟ ਦੇ ਤੌਰ 'ਤੇ। ਜਿਵੇਂ ਕਿ NaCl ਮਿਲਦਾ ਹੈ, ਇਕੱਲਾ ਸੋਡੀਅਮ ਨਹੀਂ ਮਿਲਦਾ ਹੈ। NaCl ਮਿਲੇਗਾ ਜਾਂ ਕਿਸੇ ਹੋਰ ਨਾਲ ਰਿਐਕਸ਼ਨ ਕਰਕੇ ਕੋਈ ਹੋਰ ਕੰਪਾਊਂਡ ਦੇ ਤੌਰ 'ਤੇ ਮਿਲੇਗਾ। ਫਿਰ ਇਸ 'ਚੋਂ ਆਪਾਂ ਸੋਡੀਅਮ ਨੂੰ ਵੱਖਰਾ ਕਰਦੇ ਹਾਂ। ਓਕੇ, ਇਵੇਂ ਹੀ KCl ਹੈ, ਪੋਟਾਸ਼ੀਅਮ ਕਲੋਰਾਈਡ ਵੀ ਮਿਲਦਾ ਹੈ, KBr ਪੋਟਾਸ਼ੀਅਮ ਬ੍ਰੋਮਾਈਡ ਵੀ ਮਿਲਦਾ ਹੈ, ਰਾਈਟ। ਸੋ ਕੁਝ ਇਹੋ ਜਿਹੀਆਂ ਚੀਜ਼ਾਂ ਆਪਾਂ ਨੂੰ ਇਕੱਠੇ ਜਿਹੜੇ ਹੈ ਕੰਪਾਊਂਡਸ ਮਿਲਦੇ ਹੈ। ਇਹ ਕੰਪਾਊਂਡਸ ਮਿਲਦੇ ਆ, ਇਹਨਾਂ 'ਚੋਂ ਆਪਾਂ ਐਲਕਲੀ ਮੈਟਲ ਨੂੰ ਅਲੱਗ ਕਰਦੇ ਹਾਂ। ਓਕੇ, ਸੋ ਐਲਕਲੀ ਮੈਟਲਸ ਜਿਹੜੀਆਂ ਹੈ, ਪਹਿਲੀ ਇਹਨਾਂ ਦੀ ਪ੍ਰੋਪਰਟੀ ਹੈ ਨੇਚਰ ਦੇ ਵਿੱਚ ਇਕੱਲੀਆਂ ਨਹੀਂ ਮਿਲਦੀਆਂ, ਇੱਕ ਸੌਲਟ ਦੇ ਤੌਰ 'ਤੇ ਮਿਲਦੀਆਂ। ਸੋ ਸੌਲਟ ਕਿਹਾ ਜਾਂਦਾ ਹੈ ਜਦੋਂ ਜਿਹੜਾ ਹੈ ਇਹ ਸੌਲਟ ਬਣਾਉਂਦੇ ਇੱਕ ਪਾਊਡਰ ਫਾਰਮ ਦੇ ਵਿੱਚ ਬਣਾਉਂਦੇ ਹਾਂ ਜਾਂ ਇੱਕ ਰੌਕ ਫਾਰਮ ਦੇ ਵਿੱਚ ਆਪਾਂ ਨੂੰ ਮਿਲਦੀਆਂ ਹੈ। ਓਕੇ, ਇਹ ਬਹੁਤ ਹੀ, ਜਿੰਨੀਆਂ ਐਲਕਲੀ ਮੈਟਲਸ ਹੈ ਇਹ ਸਾਰੀਆਂ ਬਹੁਤ ਸੌਫਟ ਹੁੰਦੀਆਂ, ਚਾਹੇ ਚਾਕੂ ਨਾਲ ਕੱਟ ਲਓ ਇਹਨਾਂ ਨੂੰ। ਰਿਐਕਟਿਵ ਬਹੁਤ ਹੁੰਦੀਆਂ, ਹਵਾ 'ਚ ਰੱਖ ਦਿਓ, ਰਿਐਕਸ਼ਨ ਕਰਕੇ ਕੁਛ ਨਾ ਕੁਛ ਹੋਰ ਬਣਾ ਦੇਣਗੀਆਂ। ਇਸ ਕਰਕੇ ਆਇਲ ਦੇ ਵਿੱਚ ਇਹਨਾਂ ਨੂੰ ਰੱਖਿਆ ਜਾਂਦਾ ਹੈ ਤਾਂ ਕਿ ਹਵਾ ਨਾਲ ਵੀ ਰਿਐਕਟ ਨਾ ਕਰਨ, ਰਾਈਟ। ਜਵਲਨਸ਼ੀਲ ਵੀ ਹੁੰਦੀਆਂ, ਅੱਗ ਬਹੁਤ ਛੇਤੀ ਫੜ ਲੈਂਦੀਆਂ। ਸੋ ਇਹ ਕੁਛ ਪੂਰੇ ਗਰੁੱਪ ਦੀਆਂ ਜਿੰਨੀਆਂ ਵੀ ਐਲੀਮੈਂਟਸ ਮੈਂ ਇੱਥੇ ਦਿਖਾਈਆਂ ਹੈ, ਇਹਨਾਂ ਦੀ ਕੁਝ ਖਾਸੀਅਤ ਹੈ। ਓਕੇ, ਹੁਣ ਆਪਾਂ ਗੱਲ ਕਰਦੇ ਹਾਂ ਹੈਲੋਜਨ ਗਰੁੱਪ ਦੀ। ਹੁਣ ਤੁਸੀਂ ਇਸ ਗਰੁੱਪ ਨੂੰ ਇੱਕ ਵਾਰ ਦੇਖ ਲਿਆ, ਐਲਕਲੀ ਮੈਟਲ ਕੁਦਰਤ ਦੇ ਵਿੱਚ ਆਪਾਂ ਨੂੰ ਸੌਲਟ ਦੇ ਤੌਰ 'ਤੇ ਮਿਲਦੀਆਂ, ਜਿਨ੍ਹਾਂ 'ਚ ਉਹਨਾਂ ਨੂੰ ਅਲੱਗ ਕਰਨਾ ਪੈਂਦਾ ਹੈ। ਪਰ ਇਸ ਸੌਲਟ ਬਣਾਉਣ ਦੇ ਵਿੱਚ ਦੂਜਾ ਕਿਹੜਾ ਜਿਹੜਾ ਐਲੀਮੈਂਟ ਹੈ ਉਹ ਮੌਜੂਦ ਰਹਿੰਦਾ ਹੈ, ਉਹ ਮੌਜੂਦ ਰਹਿੰਦੇ ਹੈ ਹੈਲੋਜਨ ਐਲੀਮੈਂਟਸ। ਇਹ ਜਿਹੜੇ ਹੈਲੋਜਨ ਐਲੀਮੈਂਟ ਤੁਸੀਂ ਦੇਖ ਰਹੇ ਹੋ, ਇਹ ਸਾਰੇ ਇਹਨਾਂ ਨਾਲ ਮਿਲ ਕੇ ਸੌਲਟ ਬਣਾਉਂਦੇ ਹੈ। ਹੋਰ ਵੀ ਚੀਜ਼ਾਂ ਨਾਲ ਮਿਲਦੇ ਹੈ, ਪਰ ਇਹਨਾਂ ਨਾਲ ਮਿਲ ਕੇ ਵੀ ਸੌਲਟ ਬਣਾਉਂਦੇ ਹੈ। ਜਿਵੇਂ ਕਿ NaCl, ਬੜਾ ਹੀ ਕਾਮਨ ਐਗਜ਼ਾਮਪਲ ਆਪਾਂ ਲੈ ਰਹੇ ਹਾਂ। ਹੁਣ ਤੁਸੀਂ ਜੇ ਧਿਆਨ ਨਾਲ ਦੇਖੋਗੇ ਤਾਂ ਇਸ ਦੇ ਵਿੱਚ ਜਿਹੜਾ ਆਪਾਂ ਹੁਣੇ ਡਿਸਕਸ ਕੀਤਾ ਹੈ, ਇਹ ਐਲਕਲੀ ਮੈਟਲ ਹੈ ਸੋਡੀਅਮ, ਅਤੇ ਕਲੋਰੀਨ ਜਿਹੜਾ ਹੈ ਹੈਲੋਜਨ ਹੈ। ਓਕੇ, ਸੋ ਐਲਕਲੀ ਮੈਟਲ ਜਿਹੜੀਆਂ ਕਿ ਨੇਚਰ ਦੇ ਵਿੱਚ ਸੌਲਟ ਦੇ ਤੌਰ 'ਤੇ ਮੌਜੂਦ ਹੈ, ਹੈਲੋਜਨ ਜਿਹੜੇ ਕਿ ਐਲਕਲੀ ਮੈਟਲ ਨੂੰ ਜਾਂ ਹੋਰ ਐਲੀਮੈਂਟਸ ਨੂੰ ਸੌਲਟ ਬਣਾਉਣ ਦੇ ਵਿੱਚ ਮਦਦ ਕਰਦੇ ਹੈ, ਜਿਨ੍ਹਾਂ ਨੂੰ ਮਿਲਾ ਕੇ ਸੌਲਟ ਬਣੇਗਾ। ਹੈਲੋਜਨ ਮਤਲਬ ਜਿਹੜਾ ਇੱਕ ਐਕਟਿਵ ਕੰਪਾਊਂਡ ਹੁੰਦਾ ਹੈ ਸੌਲਟ ਬਣਾਉਣ ਦੇ ਵਿੱਚ। ਓਕੇ, ਸੋ ਆਈ ਹੋਪ ਕਿ ਤੁਹਾਨੂੰ ਇਸ ਦੇ ਵਿੱਚ ਜਿਹੜਾ ਹੈ ਕਾਫੀ ਇਸ 'ਤੇ ਥੋੜ੍ਹੀ ਕਲੈਰਿਟੀ ਮਿਲ ਗਈ ਹੋਏਗੀ। ਐਲਕਲੀ ਮੈਟਲਸ, ਹੈਲੋਜਨਸ, ਨੋਬਲ ਗੈਸਸ, ਰਾਈਟ। ਸੋ ਇਹਨਾਂ ਕੁਝ ਚੀਜ਼ਾਂ ਨੂੰ ਅਜੇ ਆਪਾਂ ਇੱਥੇ ਤੱਕ ਜਿਹੜਾ ਹੈ ਲਿਮਿਟ ਕਰਦੇ ਹਾਂ। ਫਰਦਰ ਜਿਹੜਾ ਹੈ ਆਪਾਂ ਆਉਣ ਵਾਲੇ ਕੁਝ ਚੈਪਟਰਸ ਦੇ ਵਿੱਚ ਵੀ ਅਤੇ ਆਉਣ ਵਾਲੀਆਂ ਤੁਹਾਡੀਆਂ ਕਲਾਸਿਸ ਦੇ ਵਿੱਚ ਵੀ ਤੁਹਾਨੂੰ ਕਾਫੀ ਡਿਟੇਲ ਇਹਨਾਂ 'ਤੇ ਜਿਹੜਾ ਹੈ ਹੋਰ ਫਰਦਰ ਮਿਲੇਗੀ, ਜਦੋਂ ਤੁਸੀਂ ਕੈਮਿਸਟਰੀ ਨੂੰ ਅੱਗੇ ਜਿਹੜਾ ਹੈ ਪੜ੍ਹਦੇ ਜਾਓਗੇ। ਓਕੇ, ਸੋ ਇੱਕ ਵਾਰ ਸਮਰਾਈਜ਼ ਕਰ ਰਿਹਾ ਮੈਂ ਅੱਜ ਆਪਾਂ ਕੀ ਪੜ੍ਹਿਆ।
ਤੇ ਤੁਸੀਂ ਕਰਨਾ ਕੀ ਹੈ। ਅੱਜ ਆਪਾਂ ਪੜ੍ਹਿਆ ਮੈਂਡੀਵ ਦੀ ਪੀਰੀਓਡਿਕ ਟੇਬਲ, ਉਸ ਨੂੰ ਜਿਹੜਾ ਹੈ ਕਿਵੇਂ ਬਣਾਇਆ ਗਿਆ, ਉਹਦਾ ਆਧਾਰ ਕੀ ਸੀ, ਉਹਦੇ ਫਾਇਦੇ ਕੀ ਸੀ, ਅਚੀਵਮੈਂਟ ਕੀ ਸੀ ਉਹਨਾਂ ਦੀ ਲਿਮਿਟੇਸ਼ਨ ਕੀ ਸੀ, ਕਮੀਆਂ ਕੀ ਸੀ, ਪਲੱਸ ਕਮੀਆਂ ਦੇ ਵਿੱਚ ਮੇਜਰ ਸੀ ਹਾਈਡਰੋਜਨ ਦੀ ਪਲੇਸਿੰਗ, ਅਤੇ ਆਈਸੋਟੋਪਸ ਕਿੱਥੇ ਆਉਣਗੇ ਉਹ ਕਲੀਅਰ ਨਹੀਂ ਸੀ। ਅਤੇ ਉਸ ਤੋਂ ਬਾਅਦ ਜਿਹੜਾ ਹੈ ਮਾਡਰਨ ਪੀਰੀਓਡਿਕ ਟੇਬਲ, ਮਿਸਟਰ ਹੈਨਰੀ ਮੋਸਲੀ ਨੇ ਜਿਹੜਾ ਹੈ ਮਾਡਰਨ ਪੀਰੀਓਡਿਕ ਟੇਬਲ ਬਣਾਉਣ ਦੀ ਸ਼ੁਰੂਆਤ ਕੀਤੀ। ਤਾਂ ਉਹਨਾਂ ਨੇ ਦੇਖਿਆ ਕਿ ਉਹਦੇ ਵਿੱਚ ਜਿਹੜਾ ਹੈ ਅਟੋਮਿਕ ਮਾਸ ਦੀ ਜਗ੍ਹਾ 'ਤੇ ਅਟੋਮਿਕ ਨੰਬਰ ਲਓ, ਬਾਕੀ ਦੋਨੋਂ ਚੀਜ਼ਾਂ ਜਿਹੜੀਆਂ ਹੈ ਰਹਿਣ ਦਿਓ। ਉਸੇ ਤਰੀਕੇ ਨਾਲ ਹੀ ਕੈਮੀਕਲ ਪ੍ਰੋਪਰਟੀਜ਼ ਵੀ, ਫਿਜ਼ੀਕਲ ਪ੍ਰੋਪਰਟੀਜ਼ ਵੀ। ਫਿਰ ਜਿਹੜਾ ਹੈ ਆਪਣਾ ਫਾਈਨਲ ਆ ਗਿਆ ਪੀਰੀਓਡਿਕ ਟੇਬਲ ਜਿਹੜੀ ਹੁਣ ਵਾਲੀ ਯੂਜ਼ ਕਰਦੇ ਹਾਂ। ਇਹਦੇ ਵਿੱਚ ਆਪਾਂ ਪਹਿਲੇ 3 ਚੀਜ਼ਾਂ ਜਿਹੜੀਆਂ ਹੈ ਡਿਸਕਸ ਕੀਤੀਆਂ, ਮੈਟਲਸ, ਨਾਨ ਮੈਟਲਸ ਐਂਡ ਮੈਟਲੋਇਡਸ। ਇਹ ਤਾਂ 3 ਮੇਜਰ ਗਰੁੱਪ ਹੋ ਗਏ। ਫਰਦਰ ਆਪਾਂ ਗਰੁੱਪਸ ਦੇ ਬਾਰੇ ਥੋੜ੍ਹਾ ਬਰੀਫ ਦੇ ਵਿੱਚ ਦੇਖਿਆ, ਐਲਕਲੀ ਮੈਟਲਸ ਕੀ ਹੁੰਦੀਆਂ ਹੈ, ਪਲੱਸ ਤੁਹਾਡਾ ਜਿਹੜਾ ਹੈ ਹੈਲੋਜਨਸ ਕੀ ਹੁੰਦੇ ਹੈ, ਪਲੱਸ ਜਿਹੜਾ ਹੈ ਨੋਬਲ ਗੈਸਿਸ ਕੀ ਹੁੰਦੇ ਆ। ਓਕੇ, ਅਤੇ ਹੋਮਵਰਕ ਵੀ ਤੁਹਾਨੂੰ ਪਤਾ ਹੈ। ਇਹ ਕੁਝ ਕੁਐਸਚਨ ਆਏ ਸੀ ਤੁਹਾਡੇ ਪਿਛਲੇ ਪੇਜ 'ਤੇ, ਕੁਝ ਇਹਨਾਂ ਕੁਐਸਚਨ ਦਾ ਆਨਸਰ ਦੇਣ ਦੀ ਟਰਾਈ ਕਰੋ। ਇਹ ਕੁਝ ਐਕਟੀਵਿਟੀਜ਼ ਆਈਆਂ ਸੀ ਪਿਛਲੇ ਪੇਜ 'ਤੇ, ਇਹਨਾਂ ਐਕਟੀਵਿਟੀਜ਼ ਨੂੰ ਇੱਕ ਵਾਰ ਜਿਹੜਾ ਹੈ ਧਿਆਨ ਨਾਲ ਦੇਖੋ ਅਤੇ ਕਰਨ ਦੀ ਕੋਸ਼ਿਸ਼ ਕਰੋ। ਓਕੇ, ਪਲੱਸ ਕੁਝ ਐਕਟੀਵਿਟੀਜ਼ ਉਸ ਤੋਂ ਪਿਛਲੇ ਪੇਜ 'ਤੇ ਵੀ ਸੀ, ਲਿਮਿਟੇਸ਼ਨਸ ਵਾਲੇ ਪੇਜ 'ਤੇ, ਉਸ ਨੂੰ ਵੀ ਟਰਾਈ ਕਰਕੇ ਦੇਖੋ। ਇਹਦੇ ਨਾਲ ਜਿਹੜਾ ਹੈ ਇੱਕ ਇਹ ਨੋਟਸ ਮੈਂ ਲਿਖੇ ਹੈ, ਇਹਨਾਂ 2 ਲਿੰਕਸ 'ਤੇ ਜਾਓ। ਇੱਥੇ ਵੀਡੀਓ ਨੂੰ ਇੱਕ ਵਾਰ ਪੌਜ਼ ਕਰ ਲੈਣਾ, ਇਹਨਾਂ 2 ਲਿੰਕਸ ਨੂੰ ਚੰਗੀ ਤਰ੍ਹਾਂ ਦੇਖੋ। ਇਹਨਾਂ ਨੂੰ ਐਜ਼ ਸੱਚ ਆਪਣੇ ਜਿਹੜਾ ਹੈ URL ਨੂੰ, ਜਿਵੇਂ https://en.m.wikipedia.org/wiki/halogen, ਇਸ ਨੂੰ ਜਦੋਂ ਤੁਸੀਂ ਵਿਜ਼ਿਟ ਕਰੋਗੇ ਇਸ 'ਤੇ ਤੁਹਾਨੂੰ ਪੂਰਾ ਹੈਲੋਜਨ ਬਾਰੇ ਜਿਹੜਾ ਹੈ ਮਿਲੇਗਾ। ਜਾਂ ਸਿੰਪਲ ਗੂਗਲ 'ਤੇ ਵੀ ਟਾਈਪ ਕਰ ਸਕਦੇ ਹੋ ਕਿ ਹੈਲੋਜਨ ਐਲੀਮੈਂਟਸ ਕਿਹੜੀਆਂ ਹੁੰਦੀਆਂ ਹਨ, ਵਾਟ ਆਰ ਦੀ ਹੈਲੋਜਨ ਐਲੀਮੈਂਟਸ। ਸੋ ਉਹਨਾਂ ਬਾਰੇ ਥੋੜ੍ਹਾ ਡੀਟੇਲ ਪੜ੍ਹ ਸਕਦੇ ਹੋ। ਦੂਜਾ ਲਿੰਕ ਜਿਹੜਾ ਐਲਕਲੀ ਮੈਟਲਸ ਹੈ, ਐਲਕਲੀ ਮੈਟਲਸ ਬਾਰੇ ਤੁਸੀਂ ਜਿਹੜਾ ਹੈ ਡੀਟੇਲ ਪੜ੍ਹ ਸਕਦੇ ਹੋ। ਓਕੇ, ਸੋ ਇੱਕ ਵਾਰ ਫਿਰ ਤੁਸੀਂ ਦੇਖਣਾ ਚਾਹੋ ਤਾਂ ਇਸ ਨੂੰ ਜਿਹੜਾ ਹੈ ਨੋਟ ਕਰ ਲਓ ਚੰਗੀ ਤਰ੍ਹਾਂ, ਅਤੇ ਇਹਨਾਂ ਨੂੰ ਆਪਣੇ ਬਰਾਊਜ਼ਰ ਦੇ ਵਿੱਚ, ਗੂਗਲ ਕਰੋਮ ਦੇ ਵਿੱਚ ਜਾਂ ਜਿਹੜੇ ਵੀ ਇੰਟਰਨੈਟ ਬਰਾਊਜ਼ਰ ਦੇ ਵਿੱਚ ਪੇਸਟ ਕਰਕੇ, ਚਾਹੇ ਗੂਗਲ ਕਰਕੇ ਤੁਸੀਂ ਇਹਨਾਂ ਨੂੰ ਲੱਭ ਸਕਦੇ ਹੋ। ਦੈਨ ਉਸ ਤੋਂ ਬਾਅਦ ਆਪਾਂ ਜਿਹੜਾ ਹੈ ਇੱਕ ਹੋਰ ਨੋਟਸ ਹੈ ਤੁਹਾਡੇ ਲਈ, ਇੱਕ ਹੋਰ ਹੋਮਵਰਕ ਹੈ, ਉਹ ਹੈ ਆਈਸੋਟੋਪਸ ਕੀ ਹੁੰਦੇ ਆ। ਇਵੇਂ ਹੀ ਵਾਈਕੀਪੀਡੀਆ 'ਤੇ ਜਾ ਕੇ ਆਈਸੋਟੋਪ ਜਿਹੜੇ ਹੈ ਉਹਨਾਂ ਬਾਰੇ ਵੀ ਸਟੱਡੀ ਕਰੋ, ਵਾਟ ਆਰ ਦੀ ਆਈਸੋਟੋਪਸ, ਥੋੜ੍ਹਾ ਹੋਰ ਡਿਟੇਲ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰੋ। ਓਕੇ, ਸੋ ਦੈਟਸ ਇਟ ਫॉर ਟੁਡੇ। ਅਤੇ ਆਈ ਹੋਪ ਕਿ ਤੁਸੀਂ ਜਿਹੜਾ ਹੈ ਆਪਣਾ ਰੋਜ਼ ਦਾ ਕੰਮ ਜਿਹੜਾ ਹੈ ਰੋਜ਼ ਕਰ ਰਹੇ ਹੋ। ਇਸ ਨਾਲ ਤੁਹਾਡਾ ਜਿਹੜਾ ਹੈ ਤੁਹਾਨੂੰ ਕਾਫੀ ਚੀਜ਼ਾਂ ਜਿਹੜੀਆਂ ਹੈ ਕਲੀਅਰ ਹੁੰਦੀਆਂ ਜਾਣਗੀਆਂ। ਪਲੱਸ ਇਹਦੇ ਨਾਲ ਮੈਂ ਜਿਹੜਾ ਇੱਕ ਹੋਰ ਚੀਜ਼ ਐਡ ਕਰ ਦੇਣਾ ਕਿ ਕੱਲ੍ਹ ਅਤੇ ਪਰਸੋਂ, ਹੁਣ 2 ਦਿਨ ਆਪਾਂ ਫਰਦਰ ਚੈਪਟਰ ਨਹੀਂ ਪੜ੍ਹਾਂਗੇ। ਇਸ ਤੋਂ ਅੱਗੇ ਤੁਸੀਂ ਇੱਥੇ ਤੱਕ ਆਪਣੇ ਚੈਪਟਰ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ, ਚੰਗੀ ਤਰ੍ਹਾਂ ਸਮਝਣਾ ਹੈ। ਜਿੰਨੇ ਵੀ ਕੁਐਸਚਨ ਹੁਣ ਤੱਕ ਆਏ ਹਨ ਇਸ ਚੈਪਟਰ ਦੇ, ਉਹਨਾਂ ਨੂੰ ਕਰਕੇ ਦੇਖਣਾ ਹੈ, ਪਲੱਸ ਉਹਨਾਂ ਦੀਆਂ ਐਕਟੀਵਿਟੀਜ਼ ਨੂੰ ਕਰਕੇ ਦੇਖਣਾ ਹੈ, ਅਤੇ ਉਹਦੇ ਨਾਲ ਪੀਰੀਓਡਿਕ ਟੇਬਲ ਨੂੰ ਥੋੜ੍ਹਾ ਯਾਦ ਕਰਨ ਦੀ ਕੋਸ਼ਿਸ਼ ਕਰਨੀ ਹੈ। ਪੀਰੀਓਡਿਕ ਟੇਬਲ ਦੇ ਵਿੱਚ ਇੱਕ ਲਾਸਟ ਚੀਜ਼ ਜਿਹੜਾ ਹੈ ਮੈਂ ਦੱਸਣਾ ਰਹਿ ਗਿਆ, ਉਹ ਤੁਹਾਨੂੰ ਇੱਕ ਵਾਰ ਫਿਰ ਦੱਸ ਦਿੰਦਾ। ਪੀਰੀਓਡਿਕ ਟੇਬਲ ਦੇ ਵਿੱਚ ਜਿਵੇਂ ਆਪਾਂ ਪਹਿਲਾ ਐਲੀਮੈਂਟ ਲੈਂਦੇ ਹਾਂ ਹਾਈਡਰੋਜਨ, ਇਹਦੇ ਵਿੱਚ ਸਭ ਤੋਂ ਉੱਪਰ ਜਿਹੜਾ ਇਹ ਦਿੱਤਾ ਗਿਆ ਇਹ ਹੁੰਦਾ ਅਟੋਮਿਕ ਨੰਬਰ। ਇੱਕ ਵਾਰ ਇਹਨੂੰ ਆਪਾਂ ਦੁਬਾਰਾ ਕਰਦੇ ਹਾਂ। ਜਿਹੜਾ ਪਹਿਲਾ ਹੈ ਇਹ ਹੈ ਅਟੋਮਿਕ ਨੰਬਰ। ਓਕੇ, ਦਿਸ ਇਜ਼ ਅਟੋਮਿਕ ਨੰਬਰ, ਦੈਨ ਦਿਸ ਇਜ਼ ਸਿੰਬਲ। ਓਕੇ, ਦੈਨ ਉਸ ਤੋਂ ਬਾਅਦ ਉਹਦਾ ਨਾਮ ਦਿੱਤਾ ਗਿਆ ਹੈ, ਅਤੇ ਉਸ ਤੋਂ ਬਾਅਦ ਦਿੱਤਾ ਗਿਆ ਹੈ ਉਹਦਾ ਵੇਟ, ਅਟੋਮਿਕ ਮਾਸ ਇਹ ਕਿੰਨਾ ਹੈ। ਤਾਂ ਤੁਸੀਂ ਸਾਰੇ ਹੀ ਐਲੀਮੈਂਟ ਦਾ ਚੰਗੀ ਤਰ੍ਹਾਂ ਇੱਕ ਵਾਰ ਓਵਰਵਿਊ ਦੇਖ ਲੈਣਾ, ਪਲੱਸ ਪਹਿਲੀਆਂ 2 ਚੀਜ਼ਾਂ ਜਿਹੜਾ ਹੈ ਉਹਦਾ ਅਟੋਮਿਕ ਨੰਬਰ ਕਿੰਨਾ ਅਤੇ ਉਹਦਾ ਸਿੰਬਲ ਕਿੰਨਾ, ਇਹ ਯਾਦ ਕਰਨ ਦੀ ਕੋਸ਼ਿਸ਼ ਕਰੋ ਘੱਟੋ ਘੱਟ ਪਹਿਲੀਆਂ 30 ਐਲੀਮੈਂਟਸ ਲਈ। ਓਕੇ, ਅਟੋਮਿਕ ਨੰਬਰ 1 to 30 ਟਰਾਈ ਕਰੋ ਕਿ ਇਸ ਨੂੰ ਤੁਸੀਂ ਜਿਹੜਾ ਹੈ ਯਾਦ ਕਰ ਸਕੋ। ਓਕੇ, ਦੈਟਸ ਇਟ ਫॉर ਟੁਡੇ, ਥੈਂਕ ਯੂ ਸੋ ਮਚ।